तू मैं मान निमाणी, 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 तू मैं मान निमाणी। मेरे साहिब, 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 मेरे साहिब। तू मैं मान निमाणी, तू मैं मान निमाणी, तू मैं मान निमाणी, तू मैं मान निमाणी। अरदास करी प्रभ अपने आगे, दास करी प्रभ अपने आगे, अरदास करी प्रभ अपने आगे, दास करी प्रभ अपने आगे। सुन जीवा तेरी बाणी, 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 सुन जीवा तेरी बाणी। तू मैं मान निमाणी, 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 तू मैं मान निमाणी। चरण तूड़ तेरी जन की होवा, जन की होवा, चरण तूड़ तेरे जन की होवा, तेरे जन की होवा, तेरे दर्शन का बल जाई, दर्शन को बलिहारी, तेरे दर्शन का बल जाई, दर्शन को बलिहारी, दर्शन को बल जाई, तेरे दर्शन को बल जाई। तू मैं मान निमाणी, तू मैं मान निमाणी, तू
ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਤੂੰ ਮਹਿਮਾਨ ਨਿਮਾਣੀ ਮਹਿਮਾਨ ਨਿਮਾਣੀ ਤੂੰ ਮਹਿਮਾਨ ਨਿਮਾਣੀ ਵਾਹਿਗੁਰੂ 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 ਤੂੰ ਮਹਿਮਾਨ ਨਿਮਾਣੀ ਤੂੰ ਮਹਿਮਾਨ ਨਿਮਾਣੀ ਵਾਹਿਗੁਰੂ 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 ਸਾਡਾ ਮਾਣ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਮਾਣ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਮਾਣ ਤੇ ਨਿਮਾਣਿਆਂ ਹੋਰ ਕੋਈ ਆਸਰਾ ਨਹੀਂ ਸਾਡਾ ਮਾਣ ਤੇ ਮਾਣ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਮਾਣ ਤੇ ਨਿਮਾਣਿਆਂ ਦਾ ਤੂੰ ਹੀ ਹੈ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਮਾਣ ਤੇ ਨਿਮਾਣਿਆਂ ਦਾ ਤੂੰ ਹੋਰ ਕੋਈ ਆਸਰਾ ਨਹੀਂ ਹੋਰ ਕੋਈ ਆਸਰਾ ਨਹੀਂ ਗੱਜ ਕੇ ਹੋਰ ਕੋਈ ਆਸਰਾ ਨਹੀਂ ਮਾਣ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਮਾਣ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ
ਆਸਰਾ ਨਹੀਂ, ਹੋਰ ਕੋਈ ਜੀ ਆਸਰਾ ਨਹੀਂ। ਹੋਰ ਕੋਈ ਜੀ ਆਸਰਾ ਨਹੀਂ, ਆਸਰਾ ਨਹੀਂ। ਹੋਰ ਕੋਈ ਜੀ ਆਸਰਾ ਨਹੀਂ, ਹੋਰ ਕੋਈ ਜੀ ਆਸਰਾ ਨਹੀਂ। ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਉਹ ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ। ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ। ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ। ਸਾਡਾ ਮਾਣ ਤੇ ਨਿਮਾਣਿਆ ਦਾ, ਹਾਂਜੀ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਹੋਰ ਕੋਈ ਆਸਰਾ ਨਹੀਂ, ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਜੀ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ, ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ, ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੀ ਹੀ ਦੁਨੀਆ ਦੇ ਸਾਂਝੇ ਰਹਿਬਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠਣ ਦਾ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਆਓ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ, ਫਤਿਹ ਦੀ ਸਾਂਝ ਪਾਓ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬੜੀ ਹੀ ਬਖਸ਼ਿਸ਼ ਕੀਤੀ ਹੈ, ਮੁਬਾਰਕ ਚਰਨਾਂ ਵਿੱਚ ਜੁੜ ਬੈਠਣ ਦਾ ਸਮਾਂ ਮਿਲਿਆ ਹੈ। ਆਓ ਪਿਆਰ ਸਤਿਕਾਰ ਨਾਲ ਕੁਝ ਕੁ ਸਮਾਂ, ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਦੇ ਨੇ, ਮਾਨਵ ਬਿਰਤੀਆਂ ਨੂੰ ਕਾਗਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਲਾਹਾ ਪ੍ਰਾਪਤ ਕਰੀਏ, ਤਾਂ ਜੋ ਗੁਰੂ ਚਰਨਾਂ ਦੇ ਵਿੱਚ ਸਾਡੀ ਤੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਜੋ ਹੈ ਉਹ ਪ੍ਰਾਪਤ ਲੱਗ ਸਕੇ। ਸੇਵਕ ਪਰਿਵਾਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਓਟ ਆਸਰੇ ਲਏ ਨੇ। ਕੱਲ ਦੇ ਰੋਜ਼ ਤੋਂ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸਵੇਰੇ ਭੋਗ ਪੈ ਜਾਣਗੇ, ਦੂਸਰੇ ਦਿਨਾਂ ਦੇ ਸੰਧਿਆ ਦੇ ਦੀਵਾਨ ਦੇ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਸਾਂਝਾ ਕੀਤਾ ਹੈ।
ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰੂ ਦਾ ਜੋ ਓਟ ਹੈ, ਉਹਦਾ ਆਸਰਾ ਹੈ, ਉਹਦੀ ਓਟ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਉਹਦੇ ਪਿਆਰੇ ਨੇ, ਗੁਰਮੁਖ ਨੇ, ਜਿਹੜੇ ਸਿੱਖ ਨੇ ਉਹਦੇ, ਉਹਨਾਂ ਨੇ ਸਦਾ ਹੀ ਗੁਰੂ ਦੀ ਜਿਹੜੀ ਓਟ ਹੈ, ਗੁਰੂ ਦੀ ਉਹ ਤੱਕਣੀ ਕੀਤੀ ਹੈ। ਉਹ ਸਦਾ ਹੀ ਗੁਰੂ ਦੇ ਆਸਰੇ ਦੇ ਉੱਤੇ ਚੱਲਦੇ ਨੇ। ਸਦਾ ਹੀ ਉਹਨਾਂ ਨੂੰ ਭਰੋਸਾ, ਸਦਾ ਹੀ ਉਹਨਾਂ ਨੂੰ ਓਟ, ਸਦਾ ਹੀ ਪ੍ਰਭਾਸਾ ਜਿਹੜਾ ਹੈ ਉਹਨਾਂ ਨੂੰ ਆਪਣੇ ਸੱਚੇ ਸਤਿਗੁਰੂ ਜੀ ਦਾ ਹੁੰਦਾ ਹੈ। ਗੁਰੂ ਜੀ ਬਚਨ ਕਰਦੇ, ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ। ਕਹਿੰਦੇ ਨਿਮਾਣਿਆਂ ਨੂੰ ਮਾਣ ਹੈ ਗੁਰੂ। ਆਪਾਂ ਰੋਜ਼ ਅਰਦਾਸ ਦੇ ਵਿੱਚ ਵੀ ਜ਼ਿਕਰ ਕਰਦੇ ਹਾਂ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ। 12 ਵਰ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੇ ਸੀ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਬਾਬਾ ਅਮਰਦਾਸ ਜੀ ਨੇ ਕੀਤੀ ਨਾ, ਬਾਬਾ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਵਾਰ, ਜਿਨ੍ਹਾਂ ਦਾ ਜ਼ਿਕਰ ਆਪਾਂ ਅਰਦਾਸ ਦੇ ਵਿੱਚ ਕਰਦੇ ਹਾਂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ, ਨਿਧਰਿਆਂ ਦੀ ਧਿਰ, ਇਸ ਤਰ੍ਹਾਂ ਦੇ 12 ਨੇ। ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਗੁਰੂ ਦੇ ਉੱਤੇ ਭਰੋਸਾ ਹੈ। ਮਾਣ ਨਿਮਾਣੇ, ਨਿਮਾਣਿਆਂ ਨੂੰ ਮਾਣ ਹੈ ਗੁਰੂ, ਤੇ ਗੁਰੂ ਦਾ ਹੀ ਪ੍ਰਭਾਸਾ ਹੈ, ਗੁਰੂ ਦਾ ਹੀ ਆਸਰਾ ਹੈ ਗੁਰੂ ਕੇ ਸਿੱਖਾਂ ਨੂੰ। ਬਿਨ ਸਾਚੇ ਅਨਟੇਕ ਹੈ। ਅਨਟੇਕ ਥੋੜੀ ਹੋਰ ਘਟਾ ਦਿਓ ਹੇਠਾਂ। ਅਨ ਤੋਂ ਭਾਵ ਵੀ ਹੋਰ, ਇੱਕ ਟਿੱਪੀ ਲੱਗਿਆ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਨੇ ਅੰਨ। ਅੰਨ ਤੋਂ ਭਾਵ ਹੈ ਜਿਹੜਾ ਅਸੀਂ ਭੋਜਨ ਛਕਦੇ ਹਾਂ। ਇੱਥੇ ਐੜਾ ਤੇ ਨੰਨਾ ਅਨ ਹੈ। ਬਿਨ ਸਾਚੇ ਅਨਟੇਕ ਹੈ, ਹੋਰ ਜਾਣੋ ਕਾਚਾ। ਬਿਨਾ ਸੱਚੇ ਦੀ ਟੇਕ ਤੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੋਰ ਜਿਹੜੇ ਜਿੰਨਾ ਵੀ ਕੁਛ ਹੈ ਉਹਨੂੰ ਕੱਚਾ ਜਾਣੋ, ਕਿਉਂਕਿ ਕੋਈ ਨਿਭਣ ਵਾਲਾ ਨਹੀਂ ਹੈ, ਕੋਈ ਸਾਥ ਦੇਣ ਵਾਲਾ ਨਹੀਂ, ਕੋਈ ਨਿਭਾਉਣ ਵਾਲਾ ਨਹੀਂ, ਕੋਈ ਮਾਣ ਦੇਣ ਵਾਲਾ ਨਹੀਂ, ਕੋਈ ਤਾਣ ਦੇਣ ਵਾਲਾ ਨਹੀਂ, ਕੋਈ ਓਟ ਦੇਣ ਵਾਲਾ ਨਹੀਂ, ਕੋਈ ਆਸਰਾ ਦੇਣ ਵਾਲਾ ਨਹੀਂ। ਇਸ ਕਰਕੇ ਦੂਸਰੇ ਗੁਰੂ ਅਰਜਨ ਸਾਹਿਬ ਕਹਿੰਦੇ ਕੱਚੇ ਨੇ। ਸੱਚੇ ਤੋਂ ਬਗੈਰ ਬਾਕੀ ਸਾਰੇ ਕੱਚੇ ਨੇ। ਸੱਚੇ ਦਾ ਹੀ ਪ੍ਰਭਾਸਾ, ਜੋ ਮਾਣ ਦਿੰਦਾ ਹੈ ਨਿਮਾਣਿਆਂ ਨੂੰ ਗੁਰੂ, ਉਹਦੇ ਸੇਵਕਾਂ ਨੂੰ ਉਹਦਾ ਹੀ ਆਸਰਾ ਹੈ। ਉਹ ਸਦਾ ਹੀ ਤੱਕਦੇ ਰਹਿੰਦੇ ਨੇ ਗੁਰੂ ਵੱਲ ਕਿ ਗੁਰੂ ਸਾਡੇ ਵੱਲ ਕਦੋਂ ਮੂੰਹ ਕਰੇ, ਕਦੋਂ ਗੁਰੂ ਦਾ ਮੁਖੜਾ ਸਾਡੇ ਵੱਲ ਹੋ ਜੇ। ਤੱਕਦੇ ਰਹਿੰਦੇ ਨੇ, ਭਾਵ ਕਦੋਂ ਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ। ਇਸ ਤਰ੍ਹਾਂ ਦੇ ਵੀ ਸੰਸਾਰ ਦੇ ਅੰਦਰ ਗੁਰੂ ਕੇ ਸਿੱਖ ਪਿਆਰੇ ਨੇ ਜਿਹੜੇ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਜਲ ਪਾਣੀ ਵੀ ਨਹੀਂ ਛਕਦੇ। ਖਾਲਸੇ ਦੀ ਮਾਤਾ ਸਾਹਿਬ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦਾ ਪ੍ਰਣ ਸੀ।
ਜਦੋਂ ਤੱਕ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਨਹੀਂ ਸੀ ਹੋ ਜਾਂਦੇ, ਮਾਤਾ ਸਾਹਿਬ ਕੌਰ ਜੀ ਉਦੋਂ ਤੱਕ ਜਲ ਪਾਣੀ ਆਪਣੇ ਮੁਖ ਨੂੰ ਨਹੀਂ ਸੀ ਲਾਉਂਦੇ। ਜਦੋਂ ਹੀ ਗੁਰੂ ਕਲਗੀਧਰ ਜੀ ਦੇ ਦਰਸ਼ਨ ਹੋ ਜਾਣੇ, ਉਦੋਂ ਆਪਣੇ ਮੁਖ ਨੂੰ ਜਲ ਪਾਣੀ ਲਾਉਣਾ ਪ੍ਰਣ। ਅੱਜ ਵੀ ਬੜੇ ਗੁਰਸਿੱਖ ਨੇ ਜਿਹੜੇ ਪਹਿਲਾਂ ਗੁਰੂ ਦੇ ਦੀਦਾਰ ਕਰਦੇ ਅੰਮ੍ਰਿਤ ਵੇਲੇ ਉੱਠ ਕੇ, ਤੇ ਆ ਗੁਰੂ ਦੇ ਦੀਦਾਰ ਕਰਕੇ ਫੇਰ ਉਹ ਆਪਣੇ ਕੰਮਾਂ ਨੂੰ ਨਿਕਲਦੇ ਆ। ਵੈਸੇ ਤਾਂ ਕੋਈ ਨਾਗਾ ਪਾਉਂਦੇ ਨਹੀਂ, ਪਰ ਜੇ ਕਿਸੇ ਕਾਰਨ ਕਰਕੇ ਉਹਨਾਂ ਦਾ ਕੋਈ ਮਿਸ ਹੋ ਜੇ, ਵੀ ਕਿਸੇ ਦਿਨ ਗੁਰੂ ਜੀ ਦੇ ਦੀਦਾਰ ਨਾ ਹੋਣ, ਜੇ ਕਿਸੇ ਦਿਨ ਬਾਣੀ ਨਾ ਪੜ੍ਹੀ ਜਾਵੇ, ਨਿਤਨੇਮ ਨਾ ਹੋਵੇ, ਤੇ ਗੁਰੂ ਕੇ ਸਿੱਖਾਂ ਨੂੰ ਇਉਂ ਲੱਗਦਾ ਹੈ ਵੀ ਅੱਜ ਵਾਲਾ ਦਿਨ ਸਾਡਾ ਦਿਨ ਨਹੀਂ ਸੀ। ਇਸ ਤਰ੍ਹਾਂ ਦੇ ਵੀ ਗੁਰਸਿੱਖ ਨੇ। ਇਹ ਉਹ ਗੁਰਸਿੱਖਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਹੈ, ਭਾਵਨਾ ਹੈ। ਉਹ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਕ ਕਹਿ ਵਿਦਿਆ ਸਨਮੁਖ ਉਠਤਾਵੇ, ਭਵਰ ਲੋਭੀ ਕੁਸੁਮਬਾਸ ਕਾ ਮਿਲਾਪ ਬੰਧਾਵੇ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ। ਗੁਰੂ ਦੇ ਦਰਸ਼ਨ ਕਰਨਗੇ, ਫਿਰ ਆਪਣੇ ਕੰਮਾਂ ਨੂੰ ਨਿਕਲਣਗੇ। ਔਰ ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਗੁਰੂ ਦੇ ਦਰਸ਼ਨ ਕਰਕੇ ਜੇਕਰ ਅਸੀਂ ਆਪਣੇ ਕੰਮ ਨੂੰ ਨਿਕਲਦੇ ਆ ਨਾ, ਤਾਂ ਸਾਡੇ ਕੰਮ ਵਿੱਚ ਰੁਕਾਵਟ ਕਰਨ ਵਾਲਾ, ਰੁਕਾਵਟ ਪਾਉਣ ਵਾਲਾ ਕੋਈ ਅੱਜ ਤੱਕ ਟੱਕਰਿਆ ਨਹੀਂ। ਸਾਨੂੰ ਫਤਿਹ ਹੀ ਹੁੰਦੀ ਹੈ ਜਦੋਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਕਲਦੇ। ਕਿਉਂਕਿ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹਨੂੰ ਪਿਆਰ ਦੀ ਗੱਲ ਕਹਿੰਦੇ, ਇਹ ਪਿਆਰ ਦੀ ਨਿਸ਼ਾਨੀ ਹੈ। ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਫ ਕੇ ਮਰਦੀ ਹੈ, ਗੁਰੂ ਦਾ ਸਿੱਖ ਵੀ ਗੁਰੂ ਦੇ ਦੀਦਾਰ ਤੋਂ ਬਗੈਰ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਬਖਸ਼ਿਸ਼ ਕੀਤਾ ਹੈ। ਧਾਰਨਾ ਰੂਪ ਦੇ ਵਿੱਚ ਆਪਾਂ ਤਿੰਨਾਂ ਹਿੱਸਿਆਂ 'ਚ ਪੜ੍ਹੀਏ। ਗੁਰਸਿੱਖ ਨਾਮ ਤੋਂ ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ, ਗੁਰਸਿੱਖ ਗੁਰਾਂ ਤੋਂ ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ। ਹਾਂਜੀ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ। ਰਹਿੰਦੀ ਨੀਰ ਤੋਂ ਬਿਨਾ, ਗੁਰਸਿੱਖ ਨਾਮ ਤੋਂ ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨਾਰ ਤੋਂ ਬਿਨਾ। ਗੁਰਸਿੱਖ ਗੁਰਾਂ ਤੋਂ ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ। ਗੁਰਸਿੱਖ ਗੁਰਾਂ ਤੋਂ ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ। ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ। ਗੁਰਸਿੱਖ ਗੁਰਾਂ ਤੋਂ ਬਿਨਾ ਨਾ ਜੀਵੇ, ਮੱਛੀ ਨਾ ਰਹਿੰਦੀ ਨੀਰ ਤੋਂ ਬਿਨਾ। ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਇਸ ਤਰ੍ਹਾਂ ਦੇ ਸਾਧ ਸੰਗ ਦੀ ਅਵਸਥਾ, ਇਸ ਤਰ੍ਹਾਂ ਦੀ ਹਾਲਤ ਗੁਰੂ ਕੇ ਸਿੱਖ ਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਬਹੁਤ ਵੱਡੀ ਅਵਸਥਾ ਹੈ। ਜਿਹੜੇ ਪਿਆਰ ਵਾਲੇ ਗੁਰਸਿੱਖ ਨੇ ਉਹਨਾਂ ਦੀ ਹੈ, ਆਪਣੀ ਨਹੀਂ। ਆਪਾਂ ਕੱਚੇ ਹਾਂ। ਹਾਂ, ਉਹਨਾਂ ਦਾ ਜੀਵਨ ਪੜ੍ਹ ਕੇ, ਉਹਨਾਂ ਵੱਲ ਤੱਕ ਕੇ ਅਸੀਂ ਬਣ ਸਕਦੇ ਹਾਂ ਸੱਚੇ, ਪਰ ਜੇ ਕੋਸ਼ਿਸ਼ ਕਰਾਂਗੇ ਤਾਂ ਬਣਾਂਗੇ।
ਪਰ ਨਹੀਂ ਰਹਿੰਦੇ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਿੱਖ ਹੋਇਆ ਜਿਹਨੂੰ ਇਤਿਹਾਸ ਦੇ ਵਿੱਚ ਚਾਚਾ ਫੱਗੂ ਮਲ ਕਰਕੇ ਜਾਣਿਆ ਜਾਂਦਾ ਹੈ। ਵੈਸੇ ਉਹਦਾ ਨਾਮ ਫੱਗੂ ਮਲ ਸੀ। ਇਤਿਹਾਸਕ ਗ੍ਰੰਥਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਉਹਦਾ ਨਾਮ ਚਾਚਾ ਫੱਗੂ ਮਲ ਲਿਖਿਆ। ਬੜਾ ਪਿਆਰ ਵਾਲਾ ਗੁਰਸਿੱਖ ਹੈ। ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਸਿੱਖੀ ਧਾਰਨ ਕੀਤੀ ਹੋਈ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ। ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ, ਸੱਤਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕੀਤੇ। ਹਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਨਹੀਂ ਹੋਏ, ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ ਨਾ, ਗੁਰਤਾ ਗੁਰਗੱਦੀ ਤੇ ਗੁਰੂ ਸਾਹਿਬ ਜੀ ਆਏ, ਗੁਰੂ ਤੇਗ ਬਹਾਦਰ ਜੀ, ਉਦੋਂ ਚਾਚਾ ਫੱਗੂ ਮਲ ਇੰਨਾ ਬਜ਼ੁਰਗ ਹੋ ਗਿਆ ਸੀ, ਅਵਸਥਾ ਇੰਨੀ ਬਜ਼ੁਰਗੀ ਵਾਲੀ ਹੋ ਗਈ ਸੀ ਕਿ ਚਾਚਾ ਫੱਗੂ ਮਲ ਤੋਂ ਕਿਤੇ ਬਾਹਰ ਜਾਇਆ ਨਹੀਂ ਸੀ ਜਾਂਦਾ। ਕਿਉਂਕਿ ਫਰੀਦ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਨਾ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੇ ਓਮ। ਫਰੀਦ ਸਾਹਿਬ ਕਹਿੰਦੇ ਜਿਨ੍ਹਾਂ ਲੱਤਾਂ ਦੇ ਨਾਲ, ਜਿਨ੍ਹਾਂ ਪੈਰਾਂ ਦੇ ਨਾਲ ਮੈਂ ਬੜੇ ਬੜੇ ਥਲ, ਬੜੇ ਬੜੇ ਜੰਗਲ, ਵੱਡੇ ਵੱਡੇ ਪਹਾੜ ਗਾ ਕੇ ਆਇਆ, ਜੀ ਇੰਨੀ ਨਿੱਕੀ ਜੰਗੀ ਹੈ। ਥਲ ਡੂੰਗਰ ਭਵੇ ਓਮ, ਥਲਾਂ ਦੇ ਵਿੱਚ ਡੂੰਗਰ, ਬੜੇ ਬੜੇ ਪਹਾੜਾਂ ਦੇ ਉੱਤੇ ਮੈਂ ਜਾ ਕੇ ਆਇਆ। ਪਰ ਫਰੀਦ ਸਾਹਿਬ ਕਹਿੰਦੇ ਕਰਾਂ ਤੇ ਕਰਾਂ ਕਿ ਅੱਜ ਦੀ ਅਵਸਥਾ ਐਸੀ ਬਣ ਗਈ, ਅੱਜ ਫਰੀਦਾ ਕੂਜੜਾ 100 ਕੋਹਾਂ ਥੀਓਮ, ਕਹਿੰਦੇ ਮੇਰੇ ਸਰਾਣੇ ਪਿਆ ਮਿੱਟੀ ਦਾ ਕੁੱਜਾ ਜਿਹਦੇ ਵਿੱਚ ਪਾਣੀ ਪਿਆ, ਮੈਨੂੰ ਲੱਗੀ ਪਿਆਸ, ਕਹਿੰਦੇ ਮੇਰਾ ਹੱਥ ਉਸ ਕੁੱਜੇ ਤੱਕ ਨਹੀਂ ਅਪੜਦਾ, ਮੈਨੂੰ ਇਉਂ ਲੱਗਦਾ ਅੱਜ ਕਿ ਜਿਹੜਾ ਸਰਾਣੇ ਪਿਆ ਕੁੱਜਾ ਪਾਣੀ ਵਾਲਾ ਉਹ 100 ਕੋਹਾਂ ਤੇ ਪਿਆ। ਇੰਨੀ ਤਾਕਤ ਨਹੀਂ ਰਹੀ ਸਰੀਰ ਵਿੱਚ ਕਿ ਉਹ ਕੁੱਜੇ ਨੂੰ ਚੁੱਕ ਕੇ ਮੈਂ ਪਾਣੀ ਪੀ ਲਾਂ। ਕੋਈ ਸਮਾਂ ਸੀ ਮੈਂ ਵੱਡੇ ਵੱਡੇ ਪਹਾੜਾਂ ਦੇ ਉੱਤੇ ਬੜੀ ਧਰਤੀ ਗਾਈ, ਜੰਗਲ ਗਾਏ, ਪਰ ਅਵਸਥਾ ਹੀ ਐਸੀ ਬਣ ਗਈ ਅੱਜ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਚਾਚਾ ਫੱਗੂ ਮਲ ਨੂੰ ਅਜੇ ਤੱਕ ਨਹੀਂ ਹੋਏ। ਕਿਉਂ ਨਹੀਂ ਹੋਏ? ਕਿਉਂਕਿ ਫੱਗੂ ਮਲ ਦੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਰਹੀ ਕਿ ਜਾ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰ ਸਕੇ। ਪਰ ਮਨ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰੀਰ ਦੀ ਦੂਰੀ ਨਹੀਂ ਹੁੰਦੀ, ਮਨ ਦੀ ਦੂਰੀ ਨਹੀਂ ਪੈਣੀ ਚਾਹੀਦੀ ਗੁਰੂ ਤੋਂ। ਸਰੀਰ ਕਰਕੇ ਗੁਰੂ का ਸਿੱਖ ਭਾਵੇਂ ਕਿਤਨੀ ਵੀ ਦੂਰ ਕਿਉਂ ਨਾ ਹੋਵੇ, ਜੇ ਮਨ ਕਰਕੇ ਗੁਰੂ ਦੇ ਚਰਨਾਂ 'ਚ ਹੈ ਨਾ ਤਾਂ ਉਹਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗਦੀ ਰਹਿੰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਦੀ ਹਾਜ਼ਰੀ, ਸਾਡੀ ਵੀ ਮਨ ਦੀ ਹਾਜ਼ਰੀ ਹੀ ਲੱਗੇਗੀ। ਸਰੀਰ ਦਾ ਕੀ ਹੈ? ਮਨ ਦੀ ਹਾਜ਼ਰੀ। ਸਾਵਧਾਨ ਇਕਾਗਰ ਚੀਤ, ਤਾਂ ਹੀ ਗੁਰੂ ਅਰਜਨ ਸਾਹਿਬ ਨੇ ਕਿਹਾ ਤਾਂ ਜਿੱਥੇ ਵੀ ਖੜ ਕੇ ਉਸ ਨੂੰ ਯਾਦ ਕਰ ਲਿਆ ਜਾਵੇ ਉੱਥੇ ਹੀ ਮੌਜੂਦ ਹੈ। ਮਨ ਕਰਕੇ ਚਾਚਾ ਫੱਗੂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਨਾਲ ਹੀ ਜੁੜਿਆ, ਪਰ ਫਿਰ ਵੀ ਮਨ ਵਿੱਚ ਇੱਛਾ ਹੈ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤੇ ਦਰਸ਼ਨ ਦੇਣ ਮੈਨੂੰ। ਮੈਥੋਂ ਤਾਂ ਜਾਇਆ ਨਹੀਂ ਜਾਣਾ, ਗੁਰੂ ਤੇਗ ਬਹਾਦਰ ਜੀ ਆਪ ਦਰਸ਼ਨ ਦੇਣ ਆ ਕੇ। ਮਨ ਵਿੱਚ ਲਾਲਸਾ, ਇੱਛਾ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ, ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਤ ਨਾ ਆਵੇ, ਸ਼ਾਂਤੀ ਨਹੀਂ ਹੈ ਜਦੋਂ ਤੱਕ ਗੁਰੂ ਦੇ ਦਰਸ਼ਨ ਨਾ ਹੋਣ। ਮਨ ਲੋਚ ਰਿਹਾ, ਅੱਖੀਆਂ ਤਰਸ ਰਹੀਆਂ ਨੇ ਕਿਤੇ ਪ੍ਰਤੱਖ ਰੂਪ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਮੈਨੂੰ ਦਰਸ਼ਨ ਦੇਣ।
ਮੈਂ ਨਿਹਾਲ ਹੋ ਜਾ। ਮੈਂ ਉਹਨਾਂ ਦੀ ਰੱਜ ਕੇ ਸੇਵਾ ਕਰਨੀ ਚਾਹੁੰਦਾ। ਕੀ ਪਤਾ ਸਰੀਰ ਰੂਪੀ ਭਾਂਡਾ ਕਦੋਂ ਫੁੱਟ ਜਾਣਾ ਹੈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋ ਜਾਣ। ਇਸ ਤਰ੍ਹਾਂ ਚਾਚਾ ਫੱਗੂ ਮੱਲ ਅਰਦਾਸਾਂ ਕਰਦਾ ਹੈ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। 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 ਮਨ ਲੋਚਦਾ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਜਿਹਦੇ ਨਾਲ ਅਸੀਂ ਪਿਆਰ ਕਰਦੇ ਹੋਈਏ ਨਾ, ਜਿਹਦੇ ਨਾਲ ਸਾਡਾ ਮੋਹ ਹੋਵੇ, ਉਹਦੇ ਦਰਸ਼ਨਾਂ ਤੋਂ ਬਗੈਰ, ਉਹਨੂੰ ਵੇਖਣ ਤੋਂ ਬਗੈਰ ਅਸੀਂ ਵੀ ਨਹੀਂ ਰਹਿ ਸਕਦੇ। ਇਹ ਸਾਧ ਸੰਗਤ ਜੀ, ਮੋਹ ਦੀ ਜਿਹੜੀ ਤੰਦ ਹੈ, ਪਿਆਰ ਦੀ, ਪ੍ਰੇਮ ਦੀ ਜੋ ਖੇਡ ਹੈ, ਇੱਕ ਵੱਖਰੀ ਚੀਜ਼ ਹੈ। ਕਿਸੇ ਨਾਲ ਵੀ ਮੋਹ ਪਿਆਰ ਹੈ, ਮਾਂ ਦਾ ਪੁੱਤ ਨਾਲ ਪਿਆਰ ਹੈ, ਪਿਤਾ ਦਾ ਧੀ ਨਾਲ ਪਿਆਰ ਹੈ, ਭੈਣ ਦਾ ਭਾਈ ਨਾਲ ਪਿਆਰ ਹੈ। ਜਿਹਦੇ ਨਾਲ ਪਿਆਰ ਹੈ, ਉਹ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਗੁਰੂ ਦਾ ਸਿੱਖ ਗੁਰੂ ਤੋਂ ਬਗੈਰ, ਗੁਰੂ ਦੇ ਦਰਸ਼ਨਾਂ ਤੋਂ ਬਗੈਰ ਅਧੂਰਾ ਹੈ। ਅੱਜ ਤਾਂ ਬੜਾ ਸੁਖਾਲਾ ਹੋ ਗਿਆ। ਸਾਧ ਸੰਗਤ ਦੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਸਾਨੂੰ। ਪੁਰਾਣੇ ਸਮਿਆਂ ਵਿੱਚ ਜੇਕਰ ਕਿਸੇ ਗੁਰੂ ਕੇ ਸਿੱਖ ਨੇ ਗੁਰੂ ਦੇ ਦਰਸ਼ਨ ਕਰਨੇ ਹੁੰਦੇ ਸੀ, ਸਾਲਾਂ ਦੇ ਸਾਲ ਲੰਘ ਜਾਂਦੇ ਸੀ। ਸਾਲਾਂ ਦੇ ਸਾਲ, ਪਤਾ ਨਹੀਂ ਕਦੋਂ ਸਮਾਂ ਬਣਦਾ ਸੀ ਤੇ ਗੁਰੂ ਜੀ ਦੇ ਦਰਸ਼ਨ ਹੁੰਦੇ ਸੀ। ਸਾਲਾਂ ਦੇ ਸਾਲ ਬਾਅਦ ਗੁਰੂ ਜੀ ਦੇ ਦਰਸ਼ਨ। ਔਰ ਉਹ ਦਰਸ਼ਨ ਕਰਕੇ, ਗੁਰੂ ਦਾ ਸਿੱਖ ਇੱਕ ਵਾਰੀ ਉਹ ਦਰਸ਼ਨ ਕਰਕੇ ਬਸ ਉਹਨੂੰ ਇਉਂ ਲੱਗਦਾ ਸੀ ਮੇਰਾ ਜੀਵਨ ਸਫਲ ਹੋ ਗਿਆ। ਤੇ ਅਸੀਂ ਦੋ ਦੋ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕ ਰਹੇ ਆ ਕੇ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਲੱਗਦਾ ਹੋਵੇਗਾ ਕਿ ਅਸੀਂ ਨਿਹਾਲ ਹੋ ਗਏ। ਕਾਰਨ ਕੀ ਹੈ? ਸਾਡੇ ਅੰਦਰ ਉਹ ਪਿਆਰ ਨਹੀਂ ਰਿਹਾ, ਸਾਡੇ ਅੰਦਰ ਪ੍ਰੇਮ ਨਹੀਂ ਰਿਹਾ। ਉਹ ਗੁਰੂ ਪ੍ਰਤੀ ਬਣਾਉਣਾ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਪ੍ਰੇਮ ਬਣਾਈਏ, ਸ਼ਰਧਾ ਬਣਾਈਏ, ਮਨ ਕਰਕੇ ਗੁਰੂ ਜੀ ਨਾਲ ਜੁੜੀਏ, ਤਾਂ ਸਾਨੂੰ ਲੱਗੇਗਾ ਕਿ ਸਾਡਾ ਜੀਵਨ ਸਫਲ ਹੋ ਗਿਆ। ਗੁਰੂ ਨੂੰ ਕਿਵੇਂ ਮੰਨੀਏ ਜੀ? ਗੁਰੂ ਅਮਰਦਾਸ ਜੀ ਕਹਿੰਦੇ, ਮੈਂ ਮਨਾਇਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ। ਤਨ ਮਨ ਧਨ ਗੁਰੂ ਦਾ ਸਮਝ ਕੇ, ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਆਪਣਾ ਜੀਵਨ ਹੰਢਾਓ। ਗੁਰੂ ਦੀ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਹਾਲ ਮਾਨੋ। ਹਰ ਹਰ ਕਥਾ ਨਿਰਾਲੀ। ਚਰਨ ਚਲੋ ਮਾਰਗ ਗੋਬਿੰਦ। ਆਪਣੀ ਸੁਰਤੀ ਦੇ ਚਰਨਾਂ ਦੇ ਨਾਲ ਪਰਮੇਸ਼ਰ ਜੀ ਦੇ, ਗੁਰੂ ਦੇ ਮਾਰਗ ਤੇ ਚੱਲੋ। ਸੁਰਤੀ ਦੇ ਚਰਨ, ਜੇ ਪ੍ਰਤੱਖ ਰੂਪੀ ਇਹ ਚਰਨ ਅਸੀਂ ਗੁਰੂ ਵੱਲ ਨੂੰ ਪੁੱਟੇ ਆ ਨਾ, ਗੁਰੂ ਦੇ ਦਰ ਵੱਲ ਨੂੰ, ਤਾਂ ਸਤਿਗੁਰੂ ਜੀ ਕਹਿੰਦੇ ਸੁਰਤੀ ਦੇ ਜਿਹੜੇ ਚਰਨ ਨੇ ਨਾ, ਪੈਰ ਜਿਹੜੇ ਸੁਰਤੀ ਦੇ, ਖਿਆਲਾਂ ਦੇ ਪੈਰ ਗੁਰੂ ਵੱਲ ਨੂੰ ਪੁੱਟੋ। ਆਪਣਾ ਖਿਆਲ ਗੁਰੂ ਵੱਲ ਲੈ ਕੇ ਜਾਓ, ਫਿਰ ਗੁਰੂ ਦੇ ਨੇੜੇ ਹੋਵੋਗੇ। ਜਿੰਨੀ ਸੁਰਤ ਗੁਰੂ ਦੇ ਨੇੜੇ ਹੁੰਦੀ ਜਾਏਗੀ, ਉਨੇ ਗੁਰੂ ਦੇ ਨੇੜੇ ਹੋਵਾਂਗੇ। ਯਾਦ ਕਰਦਾ ਹੈ ਸੱਚੇ ਪਾਤਸ਼ਾਹ ਜੀ, ਮੈਥੋਂ ਨਹੀਂ ਆਇਆ ਜਾਣਾ, ਤੁਸੀਂ ਆਪ ਹੀ ਆਓ ਹੁਣ, ਕਿਉਂਕਿ ਮੇਰਾ ਸਰੀਰ ਬਿਰਧ ਹੋ ਗਿਆ। ਹੁਣ ਜਿਹੜੇ ਗੁਰੂ ਤੇਗ ਬਹਾਦਰ ਜੀ ਹੈ ਨਾ, ਗੁਰੂ ਤੇਗ ਬਹਾਦਰ ਜੀ, ਉਹ ਅਧੂਰੇ ਗੁਰੂ ਨਹੀਂ ਹਨ।
ਅਧੂਰਾ ਗੁਰੂ ਭਾਵੇਂ ਸੁਣੇ ਭਾਵੇਂ ਨਾ ਸੁਣੇ, ਪੂਰਾ ਗੁਰੂ ਜ਼ਰੂਰ ਸੁਣਦਾ ਹੈ। ਸੁਣਨੀ ਪੈਂਦੀ ਹੈ ਉਹਨੂੰ। ਰੋਜ਼ ਪੜ੍ਹਦੇ ਆ ਨਾ, ਤੇਗ ਬਹਾਦਰ ਸਿਮਰਿਆ, ਸਾਰੇ ਬੋਲੋ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੇ ਧਾਏ, ਘਰ ਵਿੱਚ ਨੌ ਨਿਧੀਆਂ ਖਜ਼ਾਨੇ, ਨੌ ਨਿਧੀਆਂ ਭਾਵ ਖਜ਼ਾਨੇ। ਵਿਦਵਾਨਾਂ ਅਨੁਸਾਰ ਨੌ ਨਿਧੀਆਂ ਹੁੰਦੀਆਂ। ਨਿਧੀਆਂ ਭਾਵ ਘਰ ਦੀਆਂ ਬਰਕਤਾਂ ਪੈ ਜਾਣੀਆਂ, ਜੋ ਸੋਚਿਆ ਉਹ ਹੋ ਜਾਣਾ। ਜੋ ਅੱਜ ਚਿਤਵ ਲਿਆ ਵੀ ਆਹ ਚੀਜ਼ ਮੇਰੇ ਕੋਲ ਹੋ ਜੇ, 2 4 10 20 ਦਿਨ ਨੂੰ, ਮਹੀਨੇ ਨੂੰ ਆ ਜਾਣੀ। ਜਿੱਦਾਂ ਦੇ ਖਿਆਲ ਸੋਚ ਲੈਣੇ ਉਹ ਜਿਹਾ ਹੋ। ਇਹ ਨਿਧੀਆਂ ਹੁੰਦੀਆਂ ਨੇ। ਇਹ ਬੰਦਗੀ ਕਰਨ ਵਾਲਿਆਂ ਦੇ ਕੋਲ ਆਪਣੇ ਆਪ ਆ ਜਾਂਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਛੋਟੀਆਂ ਮੋਟੀਆਂ ਚੀਜ਼ਾਂ ਨੇ, ਵੈਸੇ ਨਾਮ ਤੋਂ ਥੱਲੇ ਹੀ ਨੇ ਸਾਰਾ ਕੁਝ। ਪਰਮੇਸ਼ਰ ਦੀ ਬੰਦਗੀ ਤੋਂ ਸਾਰਾ ਕੁਝ ਥੱਲੇ ਹੀ, ਬੰਦਗੀ ਸਭ ਤੋਂ ਉੱਚੀ ਹੈ। ਸਾਧ ਸੰਗਤ ਜੀ ਅਰਦਾਸਾਂ ਬੇਨਤੀਆਂ ਕਰਦਾ ਗੁਰੂ ਤੇਗ ਬਹਾਦਰ ਮਹਾਰਾਜ, ਘਰ ਨੌ ਨਿਧ ਆਵੇ ਧਾਏ। ਅੱਗੇ ਗੁਰੂ ਕਲਗੀਧਰ ਜੀ ਕਹਿੰਦੇ ਨੇ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਐਸੇ ਨੇ, ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਸਿਮਰਦਾ ਹੈ, ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਯਾਦ ਕਰਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਦਾਤੇ ਨੇ। ਕਹਿੰਦੇ ਜਿਹਨੇ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਵਾਰ ਵੀ ਮਨ ਕਰਕੇ ਯਾਦ ਕਰ ਲਿਆ, ਉਹਦੇ ਘਰ ਖਜ਼ਾਨਿਆਂ ਨਾਲ ਭਰ ਜਾਣਗੇ। ਇੱਥੇ ਹੀ ਬਸ ਨਹੀਂ, ਸ਼੍ਰੀ ਗੁਰੂ ਕਲਗੀਧਰ ਜੀ ਕਹਿੰਦੇ ਨੇ, ਸਭ ਥਾਈਂ ਹੋਏ ਸਹਾਏ। ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਨੂੰ ਖੜ ਕੇ ਯਾਦ ਕਰ ਲਿਆ, ਉੱਥੇ ਹੀ ਸਾਧ ਸੰਗਤ ਜੀ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾ। ਗੁਰੂ ਭੱਜਿਆ ਫਿਰਦਾ ਆਪਣੇ ਸਿੱਖ ਵਾਸਤੇ। ਮੱਖਣ ਸ਼ਾਹ ਲਵਾਣੇ ਦਾ ਬੇੜਾ ਐਵੇਂ ਨਹੀਂ ਸੀ ਪਾਰ ਕੀਤਾ। ਜਿੰਨੀਆਂ ਟਰਾਂਸਪੋਰਟਾਂ ਨੇ ਸਾਰੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਾਰੇ ਮੰਨਦੇ, ਤੇ ਟਰਾਂਸਪੋਰਟਾਂ ਦੇ ਨਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਤੇ ਨੇ, ਜਿੱਥੇ ਵੀ ਵੇਖਦੇ ਆ ਆਪਾਂ। ਕਿਉਂ? ਭਰੋਸਾ ਵੱਜਿਆ ਹੈ। ਜੇ ਮੱਖਣ ਸ਼ਾਹ ਲਵਾਣੇ ਦੇ ਬੇੜੇ ਨੂੰ ਗੁਰੂ ਤੇਗ ਬਹਾਦਰ ਜੀ ਪਾਰ ਕਰ ਸਕਦੇ ਨੇ, ਇੱਕ ਟੇਕ ਹੀ ਹੈ ਨਾ, ਇੱਕ ਪ੍ਰਭਾਸਾ, ਇੱਕ ਭਰੋਸਾ ਹੀ ਹੈ ਗੁਰੂ ਦੇ ਉੱਤੇ। ਕਿਉਂਕਿ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸਭ ਥਾਈਂ ਹੋਏ ਸਹਾਏ। ਤੇ ਕੋਈ ਖੜ ਕੇ ਯਾਦ ਤਾਂ ਕਰੇ ਨਾ। ਅੱਜ ਕਰ ਰਿਹਾ, ਕੌਣ ਕਰ ਰਿਹਾ? ਚਾਚਾ ਫੱਗੂ ਮੱਲ ਕਰ ਰਿਹਾ। ਪੰਜਾਬ 'ਚ ਨਹੀਂ ਹੈ ਉਹ, ਇੱਥੇ ਨੇੜੇ ਨਹੀਂ ਹੈ। ਸਾਧ ਸੰਗਤ ਜੀ ਕਿੱਥੇ ਬੈਠਾ ਹੈ? ਪੂਰਬ ਦੇ ਇਲਾਕੇ 'ਚ ਬੈਠਾ ਹੈ। ਪੂਰਬ ਦੇ ਇਲਾਕੇ 'ਚ ਕਿੱਥੇ ਜਾ ਕੇ? ਢਾਕਾ ਬੰਗਾਲ, ਉਸ ਇਲਾਕੇ ਦੇ ਵਿੱਚ ਹੈ। ਪੰਜਾਬ ਤੋਂ ਢਾਕੇ ਜਾਣਾ ਹੋਵੇ ਨਾ, 2-3 ਦਿਨ ਲੱਗ ਜਾਂਦੇ ਨੇ। ਜੇ ਆਪਾਂ ਕਿਸੇ ਵਹੀਕਲ ਤੇ ਜਾਣਾ ਤਾਂ ਲੱਗਦੇ ਨੇ। ਤੇ ਆਪਾਂ ਉਹਨਾਂ ਵੇਲਿਆਂ ਦੀ ਗੱਲ ਕਰਦੇ ਆ ਜਦੋਂ ਬਹੁਤੇ ਸਾਧਨ ਨਹੀਂ ਸੀ ਹੁੰਦੇ। ਚਾਚਾ ਫੱਗੂ ਯਾਦ ਕਰਦਾ ਹੈ, ਤੇ ਜਦੋਂ ਯਾਦ ਕਰੇ ਗੁਰੂ ਕਾ ਸਿੱਖ, ਫਿਰ ਗੁਰੂ ਸਹਾਈ ਕਿਉਂ ਨਾ ਹੋਵੇ। ਸਭ ਥਾਈਂ ਹੋਏ ਸਹਾਏ। ਸਾਰੇ ਜਪਿਓ ਵਾਰੀ ਸਿਰ। ਪਹਿਲਾ ਦਾਸ ਬੋਲੇਗਾ, ਦੂਸਰੀ ਵਾਰੀ ਵਿੱਚ ਸਾਰੀ ਸੰਗਤ ਬੋਲਿਓ, ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰੀਏ। ਕੀ ਪਤਾ ਸਾਡੇ ਵੀ ਸਹਾਈ ਹੋ ਜਾਣ ਗੁਰੂ ਤੇਗ ਬਹਾਦਰ। ਦੂਸਰੀ ਵਾਰੀ ਵਿੱਚ ਸਾਰੀ ਸੰਗਤ ਬੋਲਿਓ, ਸਭ ਥਾਈਂ ਹੋਏ ਸਹਾਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਬਹਾਦਰ ਸਿਮਰਿਆ। ਕਰ ਨੌ ਨਿਧ ਆਵੇ ਧਾਏ, ਕਰ ਨੌ ਨਿਧ ਆਵੇ
ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਆ ਕਰ ਨਾਉ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਇਹ ਗੁਰੂ ਕਲਗੀਧਰ ਜੀ ਦੇ ਬਚਨ ਹਨ ਜਿਹੜੇ ਆਪਾਂ ਨੇ ਇਹ ਸਾਂਝੇ ਕੀਤੇ ਨੇ। ਚਾਚਾ ਫੱਗੂ ਮਲ ਬੇਨਤੀਆਂ ਕਰਦਾ, ਗੁਰੂ ਤੇਗ ਬਹਾਦਰ ਜੀ ਆਓ, ਮੈਨੂੰ ਦੀਦਾਰ ਦਿਓ, ਦਰਸ਼ਨ ਦਿਓ। खुदा करता है मंजूर दुआ जब दिल से होती है। परमेश्वर दे घर दे विच, गुरु दे घर दे विच अरदास कबूली जांदी है। कदों कबूली जांदी? जदों अंदरों होवे। खुदा करता है मंजूर दुआ जब दिल से होती है। पर विच साध संग जी एक कंध है, मुश्किल तो ये है, ये मुश्किल से होती है। मुश्किल ये है कि अंदरों आवाज कढ़नी औखी है। आखो सतनाम। ਸ੍ਰੀ ਵਾਹਿਗੁਰੂ। जिन्हां ने कढ़ ली बिरथी कदे ना हो गई जन की अरदास। जिन्हां ने अंदरों कढ़ ली उन्हां दे कारज रास हो गए। अंदरों अंदरों अरदास होनी चाहिए है साडी। उधर याद करता है फग्गू मल ते इधर गुरु तेग बहादुर जी पंजाब तो तुरे पूर्व दी यात्रा नूं, पूर्व दी यात्रा नूं गुरु तेग बहादुर जी तुरे। श्री गुरु तेग बहादुर महाराज जी ढाके दी बंगाल दी धरती दे उत्ते पहुंचे हुए है। जगह जगह इलाकियां नूं तारदे हुए गुरु तेग बहादुर महाराज उस इलाके वल नूं तुरे जा रहे ने जिथे चाचा फग्गू मल रहिंदा है। इतिहास दे विच उस नगर का नाम सांसाराम लिखिਆ। सांसाराम शहर दे विच ढाके दी इलाके दे विच चाचा फग्गू मल रहिंदा है। सतगुरु जी ने इलाकिਆਂ ਦੇ ਵਿੱਚ पहुंचे हुए ने। ਹੁਣ ਜਿਹੜਾ ਚਾਚਾ ਫੱਗੂ ਮਲ ਸੀ ਨਾ, ਹੁਣ ਤਾਂ ਬਿਰਧ ਹੋਇਆ ਸੀ। ਜਦੋਂ ਦਾ ਸਰੀਰ ਤੰਦਰੁਸਤ ਸੀ ਉਦੋਂ ਚਾਚਾ ਫੱਗੂ ਮੱਲ ਨੇ ਇੱਕ ਨਵਾਂ ਮਕਾਨ ਬਣਾਇਆ, ਸੋਹਣਾ ਘਰ ਬਣਾਇਆ ਤੇ ਉਸ ਘਰ ਦਾ ਜਿਹੜਾ ਵਿਹੜਾ ਸੀ ਨਾ ਬਾਹਰ ਬੜਾ ਖੁੱਲਾ ਰੱਖਿਆ। ਜਿੰਨੇ ਵੀ ਉਸ ਨਗਰ ਦੇ ਘਰ ਸੀ ਉਹਨਾਂ ਦੇ ਵਿਹੜੇ ਛੋਟੇ ਛੋਟੇ ਚਾਚਾ ਫੱਗੂ ਮੱਲ ਨੇ ਆਪਣੇ ਘਰ ਦਾ ਵਿਹੜਾ ਬਹੁਤ ਵੱਡਾ ਬਣਾਇਆ। ਤੇ ਜਿਸ ਘਰ ਦੇ ਵਿੱਚ ਜਿੱਥੋਂ ਐਂਟਰੀ ਹੁੰਦੀ ਸੀ ਤੇ ਉੱਥੋਂ ਦਾ ਦਰਵਾਜ਼ਾ ਵੀ ਫੱਗੂ ਮੱਲ ਨੇ ਬੜਾ ਉੱਚਾ ਰਖਾਇਆ, ਬਹੁਤ ਉੱਚਾ ਦਰਵਾਜ਼ਾ। ਕਦੇ ਕਿਸੇ ਨੇ ਐਡਾ ਉੱਚਾ ਦਰਵਾਜ਼ਾ ਨਹੀਂ ਸੀ ਘਰ ਦਾ ਰੱਖਿਆ। ਤੇ ਚਾਚਾ ਫੱਗੂ ਮੱਲ ਨੇ ਦਰਵਾਜ਼ਾ ਵੀ ਉੱਚਾ ਰੱਖਿਆ ਤੇ ਘਰ ਦਾ ਵਿਹੜਾ ਵੀ ਬੜਾ ਖੁੱਲਾ ਬਣਾਇਆ। ਤੇ ਪਿੰਡ ਦੇ ਨਗਰ ਦੇ ਲੋਕ ਚਾਚਾ ਫੱਗੂ ਮੱਲ ਨੂੰ ਕਹਿੰਦੇ ਐਡਾ ਵੱਡਾ ਵਿਹੜਾ ਕਿਉਂ ਬਣਾਇਆ ਤੇ ਐਡਾ ਵੱਡਾ ਘਰ ਦਾ ਦਰਵਾਜ਼ਾ, ਇੱਥੋਂ ਕਿਹੜੇ ਹਾਥੀ ਘੋੜੇ ਨਿਕਲਣੇ ਨੇ? ਇਸ ਤਰ੍ਹਾਂ ਦੇ ਬਚਨ ਪਿੰਡ ਦੇ ਲੋਕ ਨਗਰ ਦੇ ਲੋਕ ਚਾਚਾ ਫੱਗੂ ਮੱਲ ਨੂੰ ਕਰਦੇ। ਤੇ ਚਾਚਾ ਫੱਗੂ ਕਹਿੰਦਾ ਹਾਂ ਇਸ ਦਰਵਾਜ਼ੇ ਦੇ ਵਿੱਚੋਂ ਘੋੜਾ ਲੰਘੇਗਾ, ਪਰ ਉਹ ਘੋੜਾ ਲੰਘੇਗਾ ਜਿਸ ਘੋੜੇ ਦੇ ਉੱਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਰਾਜਮਾਨ ਹੋਣਗੇ। ਕਹਿੰਦੇ ਮੈਂ ਪਤਾ ਕਿਉਂ ਰੱਖਿਆ ਘਰ ਦਾ ਦਰਵਾਜ਼ਾ ਵੱਡਾ? ਕਹਿੰਦਾ ਮੈਂ ਚਾਹੁੰਦਾ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਮੇਰੇ ਘਰ ਮੈਨੂੰ ਦਰਸ਼ਨ ਦੇਣ ਆਉਣਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਘੋੜੇ ਤੋਂ ਹੇਠਾਂ ਨਾ ਉਤਰਨ, ਘੋੜੇ ਦੇ ਉੱਤੇ ਚੜੇ ਹੋਏ ਸਮੇਤ ਘੋੜੇ ਨਾ ਮੇਰੇ ਘਰ 'ਚ ਦਾਖਲ ਹੋਣ, ਥੱਲੇ ਨਾ ਉਤਰਨਾ ਪਵੇ ਸਤਿਗੁਰੂ ਜੀ ਨੂੰ, ਸਤਿਗੁਰੂ ਜੀ ਨੂੰ ਹੇਠਾਂ ਨਾ ਉਤਰਨਾ ਪਵੇ। ਇਹਨੂੰ ਸਤਿਕਾਰ ਦੀ ਗੱਲ, ਭਾਵਨਾ ਦੀ ਗੱਲ ਵੀ ਗੁਰੂ ਸਾਹਿਬ ਜੀ ਨੂੰ ਘੋੜੇ ਤੋਂ ਹੇਠਾਂ ਨਾ ਉਤਰਨਾ ਪਵੇ, ਸਿੱਧੇ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਦਾਖਲ ਹੋਣ। ਇਸ ਕਰਕੇ ਕਹਿੰਦਾ ਮੈਂ ਦਰਵਾਜ਼ਾ ਵੱਡਾ ਰੱਖਿਆ ਤੇ ਵਿਹੜਾ ਮੈਂ ਤਾਂ ਵੱਡਾ ਰੱਖਿਆ ਕਿਉਂਕਿ ਜਦੋਂ ਸਤਿਗੁਰੂ ਆਉਣਗੇ ਫਿਰ ਨਾਲ ਸੰਗਤ ਵੀ ਆਊਗੀ। ਸੰਗਤ ਦੇ ਬੈਠਣ ਵਾਸਤੇ ਮੈਂ ਘਰ ਦਾ ਵਿਹੜਾ ਬੜਾ ਖੁੱਲਾ ਰੱਖਿਆ ਤੇ ਪਿੰਡ ਦੇ ਨਗਰ ਦੇ ਲੋਕ ਮਖੌਲਾਂ ਕਰਦੇ। ਫੱਗੂ ਮੱਲ ਨੂੰ ਕਹਿੰਦੇ ਕਿੱਥੇ ਭੁੱਲੇ ਫਿਰਦੇ ਹੋ, ਕਿੱਥੇ ਪੰਜਾਬ ਦੀ ਧਰਤੀ ਤੇ ਕਿੱਥੇ ਬੰਗਾਲ ਦੀ ਧਰਤੀ।
ਹਜ਼ਾਰਾਂ ਕੋਹਾਂ ਦਾ ਫਰਕ ਹੈ, ਹਜ਼ਾਰਾਂ ਕੋਹਾਂ ਦਾ ਫਰਕ ਹੈ। ਤੇ ਸਾਧ ਸੰਗਤ ਜੀ, ਪਿੰਡ ਵਾਲੇ ਕਹਿੰਦੇ ਕਿੱਥੇ ਗੁਰੂ ਤੇਗ ਬਹਾਦਰ ਜੀ ਤੇਰੇ ਕੋਲ ਆ ਜਾਣਗੇ। ਤੇ ਸਿੱਖ ਦਾ ਦ੍ਰਿੜ ਭਰੋਸਾ, ਪੱਕਾ ਭਰੋਸਾ। ਚਾਚਾ ਫੱਗੂ ਪਲ ਕਹਿਣ ਲੱਗਿਆ, ਕਹਿੰਦਾ ਭੁੱਲੇ ਹੋਏ ਤੁਸੀਂ ਹੋ, ਮੈਂ ਨਹੀਂ ਭੁੱਲਿਆ। ਜੇ ਮੈਂ ਸੋਚਿਆ ਨਾ ਵੀ ਗੁਰੂ ਤੇਗ ਬਹਾਦਰ ਜੀ ਆਉਣਗੇ ਤਾਂ ਆਉਣਗੇ, ਆਖੋ ਸਤਨਾਮ, ਆਉਣਗੇ। ਉਹ ਸਾਰਿਆਂ ਦੀ ਸੁਣਦਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਬਿਨ ਬੋਲਿਆ ਸਭ ਕੁਛ ਜਾਣ। ਉਹ ਕਹਿੰਦਾ ਆਉਣਗੇ ਗੁਰੂ ਤੇਗ ਬਹਾਦਰ ਜੀ, ਭੁੱਲੇ ਹੋਏ ਤਾਂ ਤੁਸੀਂ ਹੋ। ਤੁਸੀਂ ਵੇਖੋਗੇ ਇਹ ਸਾਰਾ ਵਿਹੜਾ ਸੰਗਤ ਨਾਲ ਭਰਿਆ ਹੋ, ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਜੀ ਸਮੇਤ ਘੋੜੇ ਦੇ ਮੇਰੇ ਘਰ ਦੇ ਅੰਦਰ ਦਾਖਲ ਹੋ ਕੇ ਤੇ ਮੈਨੂੰ ਦਰਸ਼ਨ ਦੇਣਗੇ। ਯਾਦਾਂ ਕਰਦਾ ਹੈ, ਬੇਨਤੀਆਂ ਵੀ ਕਰਦਾ, ਯਾਦ ਕਰਦਾ ਰਹਿੰਦਾ ਹੈ। ਤੇਰਿਆਂ ਦੀਦਾਰਿਆਂ ਨੂੰ ਮਨ ਮੇਰਾ ਲੋਚਦਾ, ਅੱਖੀਆਂ ਦੀ ਪਿਆਸ ਬੁਝਾ, ਨੀ ਆ ਜਾ ਸਤਿਗੁਰ ਮੇਰਿਆ, ਅੱਖੀਆਂ ਦੀ ਪਿਆਸ ਬੁਝਾ। ਤੇਰਿਆਂ ਦੀਦਾਰਿਆਂ ਨੂੰ ਮਨ ਮੇਰਾ ਲੋਚਦਾ, ਅੱਖੀਆਂ ਦੀ ਪਿਆਸ ਬੁਝਾ, ਆ ਜਾ ਸਤਿਗੁਰ ਮੇਰਿਆ, ਅੱਖੀਆਂ ਦੀ ਪਿਆਸ ਬੁਝਾ। ਤੇਰਿਆਂ ਦੀਦਾਰਿਆਂ ਨੂੰ ਮਨ ਮੇਰਾ ਲੋਚਦਾ, ਅੱਖੀਆਂ ਦੀ ਪਿਆਸ ਬੁਝਾ, ਨੀ ਆ ਜਾ ਸਤਿਗੁਰ ਪਿਆਰਿਆ, ਅੱਖੀਆਂ ਦੀ ਪਿਆਸ ਬੁਝਾ। ਤੇਰਿਆਂ ਦੀਦਾਰਿਆਂ ਨੂੰ ਮਨ ਮੇਰਾ ਲੋਚਦਾ, ਅੱਖੀਆਂ ਦੀ ਪਿਆਸ ਬੁਝਾ, ਨੀ ਆ ਜਾ ਸਤਿਗੁਰ ਮੇਰਿਆ, ਘੋੜੇ ਤੇ ਸਵਾਰ ਹੋ ਕੇ ਆ। ਤੇਰਿਆਂ ਦੀਦਾਰਿਆਂ ਨੂੰ ਮਨ ਮੇਰਾ ਲੋਚਦਾ, ਅੱਖੀਆਂ ਦੀ ਪਿਆਸ ਬੁਝਾ, ਆ ਜਾ ਸਤਿਗੁਰ ਮੇਰਿਆ, ਘੋੜੇ ਤੇ ਸਵਾਰ ਹੋ ਕੇ ਆ। ਤੇਰਿਆਂ ਦੀਦਾਰਿਆਂ ਨੂੰ ਮਨ ਮੇਰਾ ਲੋਚਦਾ, ਅੱਖੀਆਂ ਦੀ ਪਿਆਸ ਬੁਝਾ, ਨੀ ਆ ਜਾ ਸਤਿਗੁਰ ਮੇਰਿਆ, ਘੋੜੇ ਤੇ ਸਵਾਰ ਹੋ ਕੇ ਆ। ਇਸ ਤਰ੍ਹਾਂ ਦੀ ਬੇਨਤੀ ਕਰਦਾ ਗੁਰੂ ਕਾ ਸਿੱਖ। ਤੇ ਧੰਨ ਗੁਰੂ ਤੇਗ ਬਹਾਦਰ ਜੀ ਉਸ ਇਲਾਕੇ ਚ ਆਏ, ਨੇੜੇ ਆਏ, ਤੇ ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਉਹਦੇ ਨਗਰ ਪਹੁੰਚੇ, ਤੇ ਉਹਦੇ ਘਰ ਦੇ ਸਾਧ ਸੰਗੀ ਬਾਹਰ ਖਲੋਤੇ ਗੁਰੂ ਤੇਗ ਬਹਾਦਰ ਮਹਾਰਾਜ। ਦੇਖੋ ਗੁਰੂ ਕਿੰਨਾ ਪਿਆਰ ਕਰਦਾ ਆਪਣੇ ਸਿੱਖਾਂ ਨੂੰ। ਆਪ ਚੱਲ ਕੇ ਗੁਰੂ ਕੇ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਗੁਰੂ ਆਇਆ। ਅੱਜ ਗੁਰੂ ਗ੍ਰੰਥ ਸਾਹਿਬ ਜੀ ਵੀ ਆਏ ਨੇ ਸੇਵਕ ਪਰਿਵਾਰ ਨੂੰ ਨਿਵਾਜਣ ਵਾਸਤੇ। ਇਹ ਵੀ ਗੁਰੂ ਦਾ ਪਿਆਰ ਹੈ। ਇਹ ਪਿਆਰ ਸਮਝਣਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਆਉਣ, ਇਹ ਨਾ ਕਿਹਾ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਲੈ ਕੇ ਆਏ। ਸਾਡੀ ਬੋਲੀ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲੈ ਕੇ ਆਏ ਆਪਾਂ। ਗੁਰੂ ਸਾਹਿਬ ਜੀ ਤਰੁੱਠ ਕੇ ਆਏ ਨੇ, ਖੁਸ਼ ਹੋ ਕੇ ਆਏ ਨੇ। ਸਤਿਗੁਰੂ ਜੀ ਨੇ ਸਾਨੂੰ ਅਧਿਕਾਰੀ ਜਾਣਿਆ ਤਾਂ ਗੁਰੂ ਜੀ ਆਏ ਨੇ, ਕਿਉਂਕਿ ਦੀਨ ਦੁਨੀਆ ਦੇ ਮਾਲਕ ਨੇ। ਇਸ ਤਰ੍ਹਾਂ ਦੀ ਭਾਵਨਾ ਰੱਖਣੀ। ਗੁਰੂ ਜੀ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਮਿਹਰਬਾਨੀ ਕਰਕੇ ਸਾਡੇ ਘਰ ਚਰਨ ਪਾਏ ਨੇ। ਐਡੀ ਵੱਡੀ ਭਾਵਨਾ ਸਿੱਖ ਦੀ ਹੋਣੀ ਚਾਹੀਦੀ ਹੈ। ਤੇ ਸਤਿਗੁਰੂ ਮਹਾਰਾਜ ਉਹਦੇ ਬੂਹੇ ਅੱਗੇ ਖੜੋਤੇ ਹੈ। ਬਾਹਰੋਂ ਆਵਾਜ਼ ਪੈ ਰਹੀ ਹੈ, ਚਾਚਾ ਜੀ ਜਿਨ੍ਹਾਂ ਦੇ ਦੀਦਾਰ ਕਰਨੇ ਚਾਹੁੰਦੇ ਸੋ ਉਹ ਤੁਹਾਡੇ ਬੂਹੇ ਤੇ ਖਲੋਤੇ ਨੇ।
ਸਰੀਰ ਬਿਰਧ ਹੈ, ਸਰੀਰ ਬਿਰਧ ਹੈ, ਆਵਾਜ਼ ਕੰਨਾਂ 'ਚ ਪਈ। ਸਾਧ ਸੰਗਤ ਜੀ ਜਦੋਂ ਉੱਠ ਕੇ ਹੌਲੀ ਹੌਲੀ ਸਾਧ ਸੰਗਤ ਜੀ ਘਰ ਦੇ ਵਿਹੜੇ 'ਚ ਆਏ, ਸਾਹਮਣੇ ਕੀ ਵੇਖਦੇ ਨੇ? ਬੜੀ ਸੰਗਤ ਨਾਲ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਘੋੜੇ ਤੇ ਸਵਾਰ, ਚਿਹਰਾ ਨੂਰੋ ਨੂਰ ਹੈ, ਦਗਦਗ ਕਰਦਾ ਚਿਹਰਾ। ਜਦੋਂ ਬਿਰਧ ਸਰੀਰ ਚਾਚਾ ਫੱਗੂ ਮੱਲ ਨੇ ਸਾਧ ਸੰਗਤ ਜੀ ਨਿਗਾਹ ਭਰ ਕੇ ਵੇਖਿਆ ਨਾ, ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋਏ, ਚਾਚਾ ਫੱਗੂ ਮੱਲ ਨੂੰ ਉਦੋਂ ਹੀ ਮਹਿਸੂਸ ਹੋ ਗਿਆ ਵੀ ਇਹ ਹੋਰ ਕੋਈ ਨਹੀਂ, ਗੁਰੂ ਤੇਗ ਬਹਾਦਰ ਜੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਰਸ਼ਨ ਨਹੀਂ ਸੀ ਕੀਤੇ ਕਦੇ ਵੀ ਗੁਰੂ ਤੇਗ ਬਹਾਦਰ ਜੀ ਦੇ, ਪਤਾ ਲੱਗ ਗਿਆ। ਹੱਥ ਜੋੜ ਸਤਿਗੁਰੂ ਨੂੰ ਕਹਿੰਦਾ, ਮਹਾਰਾਜ ਆਓ ਮੇਰੇ ਘਰ ਨੂੰ ਭਾਗ ਲਾਓ, ਮੇਰੇ ਗਰੀਬ ਦੇ ਚਰਨ ਪਾਓ। ਸੱਚੇ ਪਾਤਸ਼ਾਹ ਜੀ ਤੁਹਾਨੂੰ ਉਡੀਕਦਿਆਂ ਤਾਂ ਮੇਰੀਆਂ ਅੱਖਾਂ ਥੱਕ ਗਈਆਂ। ਸੱਚੇ ਪਾਤਸ਼ਾਹ ਆਓ, ਦਰਸ਼ਨ ਬਖਸ਼ੋ। ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਸਮੇਤ ਘੋੜੇ, ਜਿਵੇਂ ਉਹਨੇ ਚਿਤਵਿਆ ਸੀ। ਦੇਖੋ ਸਿੱਖ ਦੀ ਭਾਵਨਾ ਅੰਦਰੋਂ ਹੀ ਗੁਰੂ ਪੜ ਲੈਂਦਾ। ਐਡੀ ਐਡੀ ਤਾਕਤ ਹੈ ਗੁਰੂ ਦੇ ਅੰਦਰ। ਸਿੱਖ ਦੇ ਸਾਧ ਸੰਗਤ ਜੀ ਅੰਦਰ ਮਨ ਨੂੰ ਹੀ ਪੜ ਲੈਂਦੇ ਆ ਗੁਰੂ। ਆਪਾਂ ਵੀ ਬੈਠੇ ਆ, ਸਾਡੇ ਵੀ ਮਨ ਨੂੰ ਗੁਰੂ ਪੜ ਲੈਂਦੇ ਨੇ। ਜਿਹਾ ਭਾਓ ਤੇਹਾ ਫਲ ਪਾਈਏ। ਜਿਹੋ ਜਿਹਾ ਸਾਡੇ ਅੰਦਰ ਪ੍ਰੇਮ ਹੈ, ਉਹ ਜਿਹਾ ਫਲ ਸਾਡੀ ਝੋਲੀ ਵਿੱਚ ਗੁਰੂ ਨੇ ਪਾ ਦੇਣਾ। ਤੇ ਸਮੇਤ ਘੋੜੇ ਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵਿਹੜੇ ਹੁੰਦੇ ਦੇ ਵਿੱਚ ਦਾਖਲ ਹੁੰਦੇ। ਉਹ ਦਰਵਾਜ਼ਾ, ਜਿਹੜਾ ਦਰਵਾਜ਼ਾ ਉੱਚਾ ਰੱਖਿਆ ਸੀ ਉਸ ਚਾਚਾ ਫੱਗੂ ਮੱਲ ਨੇ, ਉਸ ਦਰਵਾਜ਼ੇ ਦੀ ਥਾਈਂ ਸਮੇਤ ਘੋੜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਚਾਚਾ ਫੱਗੂ ਮੱਲ ਦੀ ਅੰਦਰ ਦੀ ਭਾਵਨਾ ਨੂੰ ਪੜ੍ਹ ਕੇ ਉਹਦੀ ਭਾਵਨਾ ਪੂਰੀ ਕਰ ਰਹੇ ਆ। ਤੇ ਜਦੋਂ ਸਮੇਤ ਘੋੜੇ ਦੇ ਅੰਦਰ ਦਾਖਲ ਹੋਏ ਨਾ, ਤੇ ਚਾਚਾ ਫੱਗੂ ਮੱਲ ਨੂੰ ਫਿਰ ਤਸੱਲੀ ਹੋ ਗਈ ਵੀ ਵਾਕਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਇਸ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਕਹਿੰਦੇ ਨੇ, ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਬਈ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਬਈ। ਕੌਣ ਦਿਲਾਂ ਦੀਆਂ ਜਾਣੇ ਮੇਰੇ ਪਿਆਰੇ ਬਾਝੋਂ ਬਈ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਬਈ। ਕੌਣ ਦਿਲਾਂ ਦੀਆਂ ਜਾਣਦਾ ਜੀ, ਕੌਣ ਦਿਲਾਂ ਦੀਆਂ ਜਾਣਦਾ। ਕੌਣ ਦਿਲਾਂ ਦੀਆਂ ਜਾਣਦਾ ਜੀ, ਕੌਣ ਦਿਲਾਂ ਦੀਆਂ ਜਾਣਦਾ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਬਈ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਜੀ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਬਈ। ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਪਿਆਰੇ ਬਾਝੋਂ ਬਈ। ਗੁਰੂ ਤੋਂ ਬਗੈਰ ਕੌਣ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ। ਜਾਣ ਲਈ ਬੁੱਝ ਲਈ ਗੁਰੂ ਕੇ ਸਿੱਖ ਦੀ ਗੁਰੂ ਨੇ। ਅੰਦਰ ਸਤਿਗੁਰੂ ਗਏ ਤੇ ਸਤਿਗੁਰੂ ਵਾਸਤੇ ਸਾਧ ਸੰਗਤ ਜੀ ਤਿਆਰੀ ਕੀਤੀ। ਤਿਆਰੀ ਕਰਕੇ ਗੁਰੂ ਸਾਹਿਬ ਜੀ ਨੂੰ ਬਿਠਾਇਆ। ਪਰਿਵਾਰ ਸੇਵਾ ਕਰਦਾ ਹੈ, ਜਲ ਪਾਣੀ ਦੀ, ਭੋਜਨ ਛਕਾਉਂਦੇ ਨੇ। ਸਤਿਗੁਰੂ ਜੀ ਦੀ ਰੱਜ ਰੱਜ ਸੇਵਾ ਕਰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਘਰ ਰਹੇ। ਬੜੀ ਸੰਗਤ ਉਸ ਇਲਾਕੇ ਦੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਦੀਵਾਨ ਸਜਦਾ ਹੈ।
ਸਵੇਰੇ ਸ਼ਾਮ ਦੀਵਾਨ ਸਜਦਾ ਹੈ। ਕਈ ਦਿਨ ਗੁਰੂ ਤੇਗ ਬਹਾਦਰ ਜੀ ਚਾਚਾ ਫੱਗੂ ਮੱਲ ਦੇ ਘਰ ਹੀ ਰਹੇ। ਸੰਗਤ ਆਉਂਦੀ ਸੀ, ਗੁਰੂ ਜੀ ਦੇ ਬਚਨ ਸੰਗਤ ਸੁਣਦੀ ਸੀ, ਵਾਪਸ ਚਲੀ ਜਾਂਦੀ ਸੀ। ਫਿਰ ਦੂਸਰੇ ਦਿਨ ਬੜੀ ਰੌਣਕ ਲੱਗ ਗਈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਅੱਜ ਇੰਨੀ ਰੌਣਕ ਕੱਲ ਨੂੰ ਵੀ ਲੱਗਣੀ ਹੈ। ਗੁਰੂ ਜੀ ਆਏ ਨੇ ਤਾਂ ਹੀ ਲੱਗਣੀ ਹੈ ਨਾ। ਆਹ ਕਮਰੇ ਨੂੰ ਕਿਸੇ ਨੇ ਨਮਸਕਾਰ ਨਹੀਂ ਕੀਤੀ ਹੋਣੀ। ਕੀਤੀ ਹੈ ਜੀ ਤੁਸੀਂ ਨਮਸਕਾਰ ਕਦੇ? ਇੱਥੇ ਜਦੋਂ ਦਾ ਘਰ ਬਣਾਇਆ ਇਸ ਕਮਰੇ ਨੂੰ ਨਮਸਕਾਰ ਕੀਤੀ ਹੈ? ਨਹੀਂ ਕੀਤੀ। ਤੇ ਕੱਲ ਤੋਂ ਲੈ ਕੇ ਕੱਲ ਜਿਹੜੀ ਆਉਣ ਵਾਲੀ ਕੱਲ ਹੈ, ਕਿੰਨੀਆਂ ਨਮਸਕਾਰਾਂ ਇਸ ਕਮਰੇ ਨੂੰ। ਇਹ ਕਮਰਾ ਵੀ ਧਨ ਹੈ। ਇਹ ਜਿਹੜਾ ਕਮਰਾ ਹੈ ਨਾ, ਇਹ ਵੀ ਧਨ ਹੋ ਗਿਆ। ਇਸ ਕਮਰੇ ਨੂੰ ਵੀ ਮੱਥੇ ਟਿਕਣ ਲੱਗ ਗਏ। ਪ੍ਰਤੱਖ ਰੂਪ ਦੇ ਵਿੱਚ ਵੇਖ ਰਹੇ ਆ ਆਪਾਂ, ਗੁਰੂ ਦਾ ਪ੍ਰਤਾਪ ਹੀ ਏਡਾ ਵੱਡਾ ਹੈ। ਤੇ ਸਾਧ ਸੰਗਤ ਜੀ, ਉਹ ਸੰਗਤ ਗੁਰੂ ਜੀ ਦੇ ਦਰਸ਼ਨ ਕਰਦੀ, ਉਪਦੇਸ਼ ਲੈਂਦੀ, ਬੜੀ ਸੇਵਾ ਕੀਤੀ ਚਾਚਾ ਫੱਗੂ ਮੱਲ ਜੀ ਨੇ। ਆਪਾਂ ਵਿਚਾਰ ਨੂੰ ਸੰਕੋਚੀਏ ਤੇ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਪਸ ਜਾਣ ਲੱਗੇ ਨਾ, ਚਾਚਾ ਫੱਗੂ ਮੱਲ ਦੋ ਕੰਮ ਕਰਦਾ ਸੀ। ਇੱਕ ਤਾਂ ਚਾਚਾ ਫੱਗੂ ਮੱਲ ਜਿਹੜਾ ਸੀ, ਹੁਣ ਤਾਂ ਬਿਰਧ ਹੋ ਗਿਆ ਸੀ ਨਾ, ਉਹ ਤੋਂ ਪਹਿਲਾਂ ਜਦੋਂ ਦਾ ਸਰੀਰ ਤੰਦਰੁਸਤ ਸੀ, ਉਹ ਆਪਣੇ ਸਾਰੇ ਇਲਾਕੇ ਦੇ ਵਿੱਚ ਟਾਈਮ ਟੂ ਟਾਈਮ ਘੁੰਮਦਾ ਤੇ ਸੰਗਤ ਦੇ ਪਾਸੋਂ ਦਸਵੰਧ ਇਕੱਠਾ ਕਰਦਾ ਗੁਰੂ ਵਾਸਤੇ। ਗੁਰੂ ਜੀ ਵਾਸਤੇ ਦਸਵੰਧ ਇਕੱਠਾ ਕਰਦਾ, ਹਰ ਇਲਾਕੇ ਵਿੱਚ ਜਾਂਦਾ ਤੇ ਦਸਵੰਧ ਇਕੱਠਾ ਕਰ ਕਰਕੇ ਨਾ ਉਹ ਆਪਣੇ ਕੋਲ ਰੱਖ ਲੈਂਦਾ। ਤੇ ਉਹਨੂੰ ਇਹ ਸੀ ਵੀ ਹੁਣ ਗੁਰੂ ਤੇਗ ਬਹਾਦਰ ਜੀ ਜਦੋਂ ਆਉਣਗੇ, ਮੈਂ ਸਾਰਾ ਦਸਵੰਧ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟਾ ਕਰ ਦਿਆਂ। ਹੁਣ ਜਦੋਂ ਗੁਰੂ ਤੇਗ ਬਹਾਦਰ ਜੀ ਜਾਣ ਲੱਗੇ ਨਾ, ਤੇ ਜਿੰਨੀ ਵੀ ਦਸਵੰਧ ਦੀ ਭੇਟਾ ਸੀ, ਸਾਰੀ ਚਾਚਾ ਫੱਗੂ ਮੱਲ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਅਰਪਣ ਕਰ ਦਿੱਤੀ। ਸਾਰੀ ਮਾਇਆ, ਕੁਛ ਨਹੀਂ ਰੱਖਿਆ। ਜਿੰਨਾ ਕੁਝ ਇਕੱਠਾ ਹੋਇਆ ਗੁਰੂ ਵਾਸਤੇ, ਉਹ ਗੁਰੂ ਜੀ ਨੂੰ ਅਰਪਣ ਕਰ ਦਿੱਤਾ। ਤੇ ਗੁਰੂ ਤੇਗ ਬਹਾਦਰ ਮਹਾਰਾਜ, ਆਪਾਂ ਪਹਿਲਾਂ ਵਿਚਾਰ ਕਰਕੇ ਹਟੇ ਆ ਕਿ ਗੁਰੂ ਤੇਗ ਬਹਾਦਰ ਜਾਣੀ ਜਾਣ। ਸਤਿਗੁਰੂ ਚਾਚਾ ਫੱਗੂ ਮੱਲ ਜੀ ਨੂੰ ਕਹਿੰਦੇ ਫੱਗੂ ਮੱਲ ਜੀ, ਜਿੰਨੀ ਦਸਵੰਧ ਭੇਟਾ ਤੁਸੀਂ ਅੱਜ ਤੱਕ ਇਕੱਠੀ ਕੀਤੀ ਹੈ, ਸਾਰੀ ਦੇ ਦਿੱਤੀ ਹੈ? ਕਹਿੰਦਾ ਹਾਂਜੀ ਮਹਾਰਾਜ, ਮੈਂ ਸਾਰੀ ਦਸਵੰਧ ਭੇਟਾ ਦੇ ਦਿੱਤੀ ਹੈ। ਸਤਿਗੁਰੂ ਫੇਰ ਪੁੱਛਦੇ, ਕੁਝ ਰਹਿ ਤਾਂ ਨਹੀਂ ਗਿਆ? ਕਹਿੰਦਾ ਨਾ ਮਹਾਰਾਜ ਜੀ, ਸਾਰਾ ਕੁਝ ਮੈਂ ਅਰਪਣ ਕਰ ਦਿੱਤਾ ਤੁਹਾਡੇ ਚਰਨਾਂ 'ਚ। ਸਤਿਗੁਰੂ ਫੇਰ ਕਹਿੰਦੇ ਸੋਚ ਲਓ, ਇੱਕ ਵਾਰ ਫੇਰ ਸੋਚ ਲਓ। ਤੇ ਚਾਚਾ ਫੱਗੂ ਮੱਲ ਨੇ ਫੇਰ ਕਿਹਾ, ਮਹਾਰਾਜ ਜੋ ਤਿਲ ਫੁਲ ਇਕੱਠਾ ਹੋਇਆ ਤੁਹਾਡੇ ਚਰਨਾਂ 'ਚ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚਾਚਾ ਜੀ ਇੱਕ ਭੇਟਾ ਰਹਿ ਗਈ, ਇੱਕ ਭੇਟਾ ਰਹਿ ਗਈ। ਕਹਿੰਦਾ ਮਹਾਰਾਜ ਜੀ ਮੈਨੂੰ ਤਾਂ ਯਾਦ ਨਹੀਂ ਕੁਛ, ਕਿਹੜੀ ਭੇਟਾ ਰਹਿ ਗਈ? ਸਤਿਗੁਰੂ ਯਾਦ ਕਰਾਉਣ ਵਾਸਤੇ ਕਹਿੰਦੇ, ਆ ਤੇਰੇ ਘਰ ਦੇ ਵਿਹੜੇ ਦੇ ਵਿੱਚ ਜਿਹੜੀ ਆ ਬੇਰੀ ਖੜੀ ਹੈ। ਚਾਚਾ ਫੱਗੂ ਮੱਲ ਦੇ ਘਰ 'ਚ ਇੱਕ ਬੇਰੀ ਖੜੀ ਸੀ, ਬੇਰੀ ਦਾ ਦਰਖਤ ਜੋ ਕਾਫੀ ਵੱਡਾ ਹੋ ਚੁੱਕਿਆ ਸੀ। ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਬੇਰੀ ਵੱਲ ਇਸ਼ਾਰਾ ਕਰਕੇ ਪੁੱਛਿਆ, ਕਹਿੰਦੇ ਚਾਚਾ ਜੀ ਇਹ ਬੇਰੀ। ਤੇ ਜਦੋਂ ਬੇਰੀ ਦਾ ਨਾਂ ਸੁਣਿਆ ਤੇ ਬੇਰੀ ਵੇਖੀ ਨਾ ਬਾਹਰ ਖੜੀ, ਤੇ ਚਾਚਾ ਫੱਗੂ ਮੱਲ ਜੀ ਨੂੰ ਯਾਦ ਆਇਆ। ਕੀ ਯਾਦ ਆਇਆ? ਇੱਕ ਵੇਰ ਚਾਚਾ ਫੱਗੂ ਮੱਲ ਦਸਵੰਧ ਦੀ ਭੇਟਾ ਇਕੱਠੀ ਕਰਦੇ ਕਰਦੇ ਨਾ ਇੱਕ ਘਰ ਵਿੱਚ ਗਏ। ਹੋਕਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਾਸਤੇ ਦਸਵੰਧ ਭੇਟਾ ਦਿਓ। ਕਿਸੇ ਨੇ ਕੱਪੜਾ ਦਿੱਤਾ, ਵਸਤਰ ਦਿੱਤੇ, ਕਿਸੇ ਨੇ ਵਸਤੂਆਂ ਦਿੱਤੀਆਂ, ਕਿਸੇ ਨੇ ਮਾਇਆ ਦਿੱਤੀ। ਇੱਕ ਘਰ ਦਾ ਦਰਵਾਜ਼ਾ ਖੜਕਾਇਆ ਸੀ ਚਾਚਾ ਫੱਗੂ ਮੱਲ ਨੇ, ਤੇ ਜਦੋਂ ਆਵਾਜ਼ ਦਿੱਤੀ ਵੀ ਦਸਵੰਧ ਦੀ ਭੇਟਾ ਦਿਓ, ਤੇ ਅੰਦਰ ਇੱਕ ਬਿਰਧ ਮਾਤਾ ਆਪਣੇ ਘਰ ਦੇ ਵਿਹੜੇ ਦੇ ਵਿੱਚ ਝਾੜੂ ਲਾ ਰਹੀ ਸੀ। ਤੇ ਝਾੜੂ ਲਾ ਰਹੀ ਸੀ ਤੇ ਉਹ ਝਾੜੂ ਨਾਲ ਕੂੜਾ ਜਿਹੜਾ ਸੀ ਉਹ ਇਕੱਠਾ ਕੀਤਾ।
ਤੇ ਜਦੋਂ ਚਾਚਾ ਫੱਗੂ ਮੱਲ ਨੇ ਆਵਾਜ਼ ਦਿੱਤੀ ਨਾ ਵੀ ਦਸਵੰਧ ਦਿਓ ਗੁਰੂ ਵਾਸਤੇ, ਤੇ ਉਹ ਬਿਰਧ ਮਾਤਾ ਕਹਿੰਦੀ ਮੇਰੇ ਕੋਲ ਹੋਰ ਤਾਂ ਕੁਛ ਨਹੀਂ ਹੈ। ਬੁੱਕ ਭਰ ਕੇ ਉਸ ਜਿਹੜੀ ਉਹ ਕੂੜਾ ਇਕੱਠਾ ਕੀਤਾ ਸੀ ਨਾ ਸਾਰੇ ਵਿਹੜੇ ਦਾ, ਉਹ ਬੁੱਕ ਭਰ ਕੇ ਉਸ ਮਾਈ ਨੇ ਚਾਚਾ ਫੱਗੂ ਮੱਲ ਦੀ ਝੋਲੀ 'ਚ ਪਾ ਦਿੱਤਾ। ਕਹਿੰਦੀ ਮੇਰੇ ਕੋਲ ਤਾਂ ਇਹੀ ਹੈ, ਮੇਰੇ ਕੋਲ ਦੇਣ ਨੂੰ ਕੁਛ ਨਹੀਂ, ਮੇਰੇ ਕੋਲ ਤਾਂ ਇਹੀ ਕੁਛ ਹੈ। ਘਰ ਦਾ ਜੋ ਉਹ ਕੂੜਾ ਇਕੱਠਾ ਕੀਤਾ ਸੀ ਆਪਣਾ ਹੱਥਾਂ ਦੇ ਵਿੱਚ ਲਿਆ, ਤੇ ਚਾਚਾ ਫੱਗੂ ਮੱਲ ਨੇ ਵੀ ਇਸ ਤਰ੍ਹਾਂ ਝੋਲੀ ਕਰ ਲਈ ਵੀ ਪਾ ਦਿਓ। ਬੁਰੇ ਭਲੇ ਬਚਨ ਨਹੀਂ ਬੋਲੇ ਵੀ ਤੂੰ ਕੂੜਾ ਦੇ ਰਹੀ ਹੈ ਗੁਰੂ ਨੂੰ, ਇਸ ਤਰ੍ਹਾਂ ਨਹੀਂ ਬੋਲਿਆ ਚਾਚਾ ਫੱਗੂ ਮੱਲ। ਸਾਧ ਸੰਗਤ ਜੀ, ਜੋ ਕੂੜਾ ਦਿੱਤਾ ਉਸ ਬਿਰਧ ਮਾਤਾ ਨੇ ਉਹ ਵੀ ਦਸਵੰਧ ਜਾਣ ਕੇ ਆਪਣੀ ਝੋਲੀ 'ਚ ਪਵਾ ਲਿਆ ਚਾਚਾ ਫੱਗੂ ਮੱਲ ਨੇ। ਦੇਖੋ ਕਿੱਡਾ ਵੱਡਾ ਗੁਣ ਹੈ। ਤੇ ਝੋਲੀ 'ਚ ਪਾ ਲਿਆ ਤੇ ਕਹਿਣ ਲੱਗੇ ਮਾਤਾ ਆ ਤੇਰਾ ਦਿੱਤਾ ਹੋਇਆ ਦਸਵੰਧ ਵੀ ਫੜੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਉੱਤੇ ਜਿਹਨੇ ਕੁਛ ਵੀ ਦੇ ਦਿੱਤਾ ਸ਼ਰਧਾ ਦੇ ਨਾਲ ਉਹਦਾ ਉਹੀ ਫੜਿਆ। ਤੇ ਜਦੋਂ ਚਾਚਾ ਫੱਗੂ ਮੱਲ ਘਰ ਆਏ ਸੀ ਨਾ, ਤੇ ਉਹਨਾਂ ਨੇ ਆ ਕੇ ਨਾ ਉਸ ਕੂੜੇ ਨੂੰ ਜਦੋਂ ਫਰੋਲਿਆ, ਤੇ ਉਸ ਕੂੜੇ ਦੇ ਵਿੱਚੋਂ ਇੱਕ ਗਿੱਟਕ, ਇੱਕ ਬੀਜ ਜਿਹੜਾ ਉਹ ਸਾਧ ਸੰਗਤ ਜੀ ਬੇਰ ਦਾ ਨਿਕਲਿਆ ਸੀ। ਇੱਕ ਜੋ ਬੀਜ ਸੀ ਨਾ ਉਹ ਬੇਰ ਦਾ। ਕਈ ਵਾਰ ਆਪਾਂ ਘਰ ਵਿੱਚ ਕੁਝ ਚੀਜ਼ ਖਾਂਦੇ ਆ ਤੇ ਬਾਹਰ ਸੁੱਟ ਦਿੰਨੇ ਆ, ਉਹ ਬੀਜ ਇਸ ਤਰ੍ਹਾਂ ਉਸ ਜਿਹੜੀ ਉਹ ਮਿੱਟੀ ਆਈ, ਜਿਹੜੀ ਉਹ ਸਾਧ ਸੰਗਤ ਜੀ ਉਹ ਕੂੜਾ ਆਇਆ, ਉਹਦੇ ਵਿੱਚ ਇੱਕ ਬੀਜ ਜਿਹੜਾ ਸੀ ਉਹ ਬੇਰ ਦਾ ਸੀ। ਜਦੋਂ ਚਾਚਾ ਫੱਗੂ ਮੱਲ ਨੇ ਵੇਖਿਆ ਵੀ ਇਹ ਤਾਂ ਬੇਰ ਦਾ ਬੀਜ ਹੈ, ਤੇ ਉਹਨੇ ਸੋਚਿਆ ਵੀ ਮਾਈ ਨੇ ਦਸਵੰਧ ਰੂਪ ਜਿਹਦੇ ਵਿੱਚ ਦਿੱਤਾ, ਆਪਣੇ ਵਿਹੜੇ ਦੇ ਵਿੱਚ ਚਾਚਾ ਫੱਗੂ ਮੱਲ ਜੀ ਨੇ ਜਗ੍ਹਾ ਪੁੱਟ ਕੇ ਸਮੇਤ ਉਸ ਮਿੱਟੀ ਦੇ, ਸਮੇਤ ਉਸ ਕੂੜੇ ਦੇ ਉਸ ਬੀਜ ਨੂੰ ਆਪਣੇ ਵਿਹੜੇ 'ਚ ਬੀਜ ਦਿੱਤਾ। ਇਹ ਸੋਚ ਕੇ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਆਉਣਗੇ ਉਦੋਂ ਤੱਕ ਬੇਰੀ ਨੇ ਵੱਡੀ ਹੋ ਜਾਣਾ, ਇਹਨੂੰ ਬੇਰ ਲੱਗਣਗੇ, ਗੁਰੂ ਤੇਗ ਬਹਾਦਰ ਜੀ ਨੂੰ ਵੀ ਛਕਾਵਾਂਗੇ ਤੇ ਨਾਲ ਸੰਗਤ ਛਕੂਗੀ, ਕਿਉਂਕਿ ਮਾਈ ਦਾ ਦਸਵੰਧ ਦਿੱਤਾ ਹੋਇਆ ਉਹ ਗੁਰੂ ਨੂੰ ਅਰਪਣ ਕਰਨਾ ਹੈ। ਕਿਵੇਂ ਕਰਨਾ ਹੈ? ਉਹ ਬੀਜ ਦਿੱਤਾ, ਤੇ ਜਦੋਂ ਬੀਜ ਬੀਜਿਆ ਉਹਨੂੰ ਰੋਜ਼ ਪਾਣੀ ਦਿੰਦਾ ਹੈ, ਉਹ ਬੂਟਾ ਬਣਿਆ, ਵੱਡਾ ਹੋਇਆ, ਇੱਕ ਦਰਖਤ ਦਾ ਰੂਪ ਬਣ ਗਿਆ। ਉਹਨੂੰ ਸਾਧ ਸੰਗਤ ਜੀ ਸੋਹਣੇ ਸੋਹਣੇ ਬੇਰ ਲੱਗਣ ਲੱਗ ਪਏ। ਤੇ ਜਦੋਂ ਅੱਜ ਗੁਰੂ ਤੇਗ ਬਹਾਦਰ ਜੀ, ਉਹ ਭੁੱਲ ਗਿਆ ਸੀ ਸਾਰਾ ਕੁਝ, ਕਿਉਂਕਿ ਸਮਾਂ ਕਾਫੀ ਹੋ ਗਿਆ ਸੀ। ਤੇ ਸਤਿਗੁਰੂ ਕਹਿੰਦੇ ਬੇਰੀ ਕਿਵੇਂ ਖੜੀ ਹੈ, ਇਹ ਕਿਹਨੇ ਉਗਾਈ ਹੈ? ਤੇ ਜਦੋਂ ਬੇਰੀ ਦਾ ਨਾਂ ਲਿਆ ਤੇ ਚਾਚਾ ਫੱਗੂ ਮੱਲ ਨੂੰ ਯਾਦ ਆਇਆ ਕਿ ਮਨਾ ਇਹ ਤਾਂ ਬੇਰੀ ਉਸ ਦਿੱਤੀ ਹੋਈ ਬਿਰਧ ਮਾਤਾ ਦੇ, ਇਹ ਜਿਹੜੀ ਉਹਨੇ ਕੂੜਾ ਦਾਨ ਕੀਤਾ ਸੀ ਉਹਦੇ ਵਿੱਚੋਂ ਬੀਜ ਨਿਕਲਿਆ ਸੀ ਬੇਰੀ ਦਾ, ਇਹ ਤਾਂ ਉਹ ਦਸਵੰਧ ਦੀ ਜੋ ਉਹਨੇ ਭੇਟਾ ਦਿੱਤੀ ਸੀ ਉਹਦੇ ਵਿੱਚੋਂ ਇਹ ਬੇਰੀ ਬਣੀ ਹੋਈ ਹੈ। ਸਾਧ ਸੰਗਤ ਜੀ ਕਹਿਣ ਲੱਗਿਆ ਚਾਚਾ ਫੱਗੂ ਮੱਲ ਸੱਚੇ ਪਾਤਸ਼ਾਹ ਇਹ ਬੇਰੀ ਵੀ ਤੁਹਾਨੂੰ ਅਰਪਣ ਹੋਈ ਹੈ। ਜਾਣੀ ਜਾਣ ਸਤਿਗੁਰੂ ਕਹਿਣ ਲੱਗੇ ਕਿਵੇਂ? ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਇੱਕ ਵਾਰ ਦਸਵੰਧ ਦੀ ਭੇਟਾ ਇਕੱਠੀ ਕਰਦਾ ਗਿਆ, ਕਿਸੇ ਘਰ ਮਾਈ ਨੇ ਘਰ ਦਾ ਕੂੜਾ ਮੇਰੀ ਝੋਲੀ 'ਚ ਪਾ ਦਿੱਤਾ। ਮੈਂ ਆ ਕੇ ਆਪਣੇ ਘਰ ਵੇਖਿਆ ਤੇ ਕੂੜੇ ਦੇ ਵਿੱਚ ਬੀਜ ਸੀ ਸੱਚੇ ਪਾਤਸ਼ਾਹ ਬੇਰ ਦਾ, ਮੈਂ ਆਪਣੇ ਘਰ ਵਿੱਚ ਉਗਾ ਦਿੱਤਾ, ਅੱਜ ਬੇਰੀ ਬਣੀ ਹੋਈ ਹੈ। ਸਾਧ ਸੰਗਤ ਜੀ ਫਿਰ ਬੇਰ ਲੱਗੇ ਸੀ ਬੜੇ ਸੋਹਣੇ, ਉਸ ਬੇਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ, ਨਾਲ ਦਿਆਂ ਨੂੰ, ਕਹਿੰਦੇ ਤੋੜੋ ਇਹਨਾਂ ਨੂੰ। ਸਿੱਖਾਂ ਨੇ ਉਹ ਬੇਰ ਤੋੜੇ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਛਕੇ, ਉੱਥੇ ਸਾਧ ਸੰਗਤ ਦੀ ਸਾਰੀ ਸੰਗਤ ਨੇ ਛਕੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਬੇਰ ਛਕ ਕੇ ਚਾਚਾ ਫੱਗੂ ਮੱਲ ਨੂੰ ਜੀ ਕਹਿੰਦੇ ਨੇ, ਮਹਾਰਾਜ ਕਹਿਣ ਲੱਗੇ, ਕਹਿੰਦੇ ਚਾਚਾ ਫੱਗੂ ਮੱਲ ਜੀ ਇਹ ਗੁਰਸਿੱਖਾ ਤੇਰੀ ਸਿੱਖੀ ਧੰਨ ਹੈ। ਕਿਉਂ ਧੰਨ ਹੈ? ਕਿਉਂਕਿ ਤੂੰ ਕੂੜੇ ਦੇ ਵਿੱਚੋਂ ਵੀ ਗੁਣ ਲੱਭ ਲਿਆ। ਕੂੜੇ ਦੇ ਵਿੱਚ ਐਡਾ ਵੱਡਾ ਗੁਣ, ਤੂੰ ਕਿਸੇ ਦਾ ਦਿੱਤਾ ਹੋਇਆ ਕੂੜਾ ਵੀ ਉਹਦੇ ਵਿੱਚੋਂ ਐਸੀ ਇਹ ਬੇਰੀ ਪੈਦਾ ਕਰ ਲਈ, ਤੂੰ ਉਹਦੀ ਸੇਵਾ ਸਫਲ ਕਰ ਦਿੱਤੀ। ਉਹਨੇ ਤਾਂ ਕੂੜਾ ਸਮਝ ਕੇ ਦਿੱਤੀ ਹੋਵੇਗੀ, ਪਰ ਤੂੰ ਉਹਦੇ ਕੂੜੇ ਨੂੰ ਵੀ ਦਸਵੰਧ ਰੂਪ ਦੇ ਵਿੱਚ ਸਫਲ ਕਰ ਦਿੱਤਾ। ਚਾਚਾ ਫੱਗੂ ਮੱਲ ਜੀ ਤੁਹਾਡੀ ਸੇਵਾ ਧੰਨ ਹੈ, ਤੁਸੀਂ ਧੰਨ ਹੋ।
ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਚਾ ਫੱਗੂ ਮੱਲ ਨੂੰ ਇਹ ਵਰ ਦਿੱਤਾ। ਕਹਿੰਦੇ ਚਾਚਾ ਫੱਗੂ ਮੱਲ ਜੀ, ਜਦੋਂ ਤੁਹਾਡੀ ਕੋਈ ਸਾਖੀ ਸੁਣਿਆ ਕਰੇਗਾ ਨਾ, ਉਹਦਾ ਮਨ ਸ਼ਰਧਾ ਨਾਲ ਭਰ ਜਿਆ ਕਰੇਗਾ, ਉਹਦਾ ਮਨ ਵਿਰਾਗ ਨਾਲ ਭਰ ਜਿਆ ਕਰੇਗਾ। ਤੁਹਾਡੀ ਇਹ ਗਾਥਾ ਸੁਣ ਕੇ ਵਾਕਈ ਸਾਧ ਸੰਗਤ ਜੀ ਵਿਲੱਖਣ ਇਹ ਕਥਾ ਚਾਚਾ ਫੱਗੂ ਮੱਲ ਜੀ ਦੀ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਚਾ ਫੱਗੂ ਮੱਲ ਜੀ ਨੂੰ ਬੜਾ ਨਿਹਾਲ ਕੀਤਾ, ਪਰਿਵਾਰ ਨੂੰ ਖੁਸ਼ੀਆਂ ਦਿੱਤੀਆਂ। ਤੇ ਫਿਰ ਸਤਿਗੁਰੂ ਜੀ ਅੱਗੇ ਜਾਣ ਲੱਗੇ। ਫਿਰ ਉਹਨੇ ਇੱਕ ਬਾਗ ਲਾਇਆ ਹੋਇਆ ਸੀ, ਉੱਥੇ ਸਤਿਗੁਰੂ ਜੀ ਨੂੰ ਕਿਹਾ ਵੀ ਚਰਨ ਪਾਓ। ਸਤਿਗੁਰੂ ਜੀ ਨੇ ਉਸ ਬਾਗ ਵਿੱਚ ਵੀ ਚਰਨ ਪਾਏ ਤੇ ਅੱਜ ਵੀ ਉੱਥੇ ਸੋਹਣਾ ਸਥਾਨ ਬਣਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਉੱਥੋਂ ਸਤਿਗੁਰੂ ਜੀ ਫਿਰ ਅੱਗੇ ਜਾਂਦੇ ਨੇ। ਸੋ ਐਸੀ ਸਾਧ ਸੰਗਤ ਦੀ ਭਾਵਨਾ ਵੇਖੋ ਗੁਰੂ ਕੇ ਸਿੱਖ ਦੀ, ਗੁਰੂ ਜੀ ਨੇ ਪੂਰੀ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀਆਂ ਵੀ ਭਾਵਨਾਵਾਂ ਗੁਰੂ ਸਾਹਿਬ ਪੂਰੀਆਂ ਕਰਦੇ ਨੇ। ਆਓ ਮਨੋਂ ਗੁਰੂ ਸਾਹਿਬ ਜੀ ਨੂੰ ਯਾਦ ਕਰੀਏ, ਚੇਤੇ ਕਰੀਏ, ਮਨੋਂ ਮਨ ਕਰਕੇ ਗੁਰੂ ਦੇ ਬਣ ਜਾਈਏ, ਫਿਰ ਗੁਰੂ ਸਾਹਿਬ ਜੀ ਆਪ ਸਹਾਈ ਹੁੰਦੇ ਨੇ। ਸੋ ਪਰਿਵਾਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਵਾਲੀਆ ਸਾਹਿਬ ਔਰ ਸਮੁੱਚਾ ਪਰਿਵਾਰ ਬੜੇ ਪਿਆਰ ਵਾਲੇ ਨੇ, ਸ਼ਰਧਾ ਵਾਲੇ ਨੇ। ਪਟਿਆਲੇ ਵੀ ਜੋ ਰਿਸ਼ਤੇਦਾਰ ਨੇ ਇਹਨਾਂ ਦੇ, ਉਹ ਵੀ ਬੜੇ ਪਿਆਰ ਵਾਲੇ ਨੇ। ਫੋਨ ਆਇਆ ਸੀ ਭਾਈ ਗੁਰਜੀਤ ਸਿੰਘ ਉਹਨਾਂ ਦਾ, ਤੇ ਉਹ ਕਹਿਣ ਲੱਗੇ, ਕਹਿੰਦੇ ਵੀ ਉੱਥੇ ਗੋਬਿੰਦਗੜ੍ਹ ਤੁਸੀਂ ਆਓ, ਉੱਥੇ 2-3 ਦਿਨ ਨਾਲੇ ਹਾਜ਼ਰੀ ਭਰਿਓ ਕੀਰਤਨ ਦੀ, ਅਖੰਡ ਪਾਠ ਸਾਹਿਬ ਬਾਣੀ ਪੜ੍ਹਿਓ। ਸੋ ਪਿਆਰ ਵਾਲੇ ਨੇ ਸਾਰੇ ਹੁਕਮ ਦੇ ਵਿੱਚ ਆ ਕੇ ਕੱਲ ਤੋਂ ਹਾਜ਼ਰੀਆਂ ਭਰ ਰਹੇ ਆ। ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ, ਪਰਿਵਾਰ ਵਿੱਚ ਵਿਚਰਦੇ ਆ। ਸਤਿਗੁਰੂ ਔਰ ਸੰਗਤ ਜੀ ਬਖਸ਼ਣਯੋਗ ਹਨ। ਕੱਲ ਨੂੰ ਭੋਗ ਪੈਣੇ ਨੇ, ਤਕਰੀਬਨ 9:30 ਵਜੇ ਭੋਗ ਦੇ ਸ਼ਲੋਕ ਆਰੰਭ ਹੋ ਜਾਣਗੇ। 10-10:15 ਵਜੇ ਤੱਕ ਭੋਗ ਪੈ ਜਾਣਾ ਹੈ। ਉਸ ਤੋਂ ਬਾਅਦ ਥੋੜਾ ਸਮਾਂ ਕੀਰਤਨ ਹੋਣਾ ਹੈ। ਸਾਰੀ ਸਮਾਪਤੀ 11:30-12 ਵਜੇ ਤੱਕ ਹੋ ਜਾਣੀ ਹੈ। ਸਾਰੀ ਸੰਗਤ ਨੇ ਇਸੇ ਤਰ੍ਹਾਂ ਦਰਸ਼ਨ ਗੁਰੂ ਸਾਹਿਬ ਜੀ ਦੇ ਕਰਨੇ ਨੇ ਔਰ ਗੁਰੂ ਦੀ ਬਾਣੀ ਪੜ੍ਹ ਸੁਣ ਕੇ ਆਪਾਂ ਆਪਣੇ ਸਮੇਂ ਨੂੰ ਸਫਲ ਕਰਨਾ ਹੈ। ਆਓ ਹੁਣ ਆਪਾਂ ਸਮਾਪਤੀ ਕਰੀਏ। ਅਰਦਾਸ ਹੁਕਮਨਾਮੇ ਗੁਰੂ ਸਾਹਿਬ ਜੀ ਦੇ ਸਰਵਣ ਕਰਕੇ ਫਿਰ ਆਪਣੇ ਘਰਾਂ ਨੂੰ ਜਾਣਾ ਹੈ। ਆਓ ਸਾਰੇ ਰਲ ਕੇ ਸ਼ਲੋਕ ਦੇ ਵਿੱਚ ਪੜ੍ਹੀਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਰਾਈ ਰਾਇਆ, ਦਿਲ ਸਦਨ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦੇ ਆ